ਇਹ ਮਹੀਨਾ ਕੀ ਮੈਨੇ ਰੱਖਦਾ ਉਹਦੇ ਆਵਾਜ਼ ਕਰਕੇ ਮੇਰੇ ਪਾਸ ਅੱਜ ਬਹੁਤ ਲੈਜੈਂਡਰੀ ਸਾਡੇ ਸਰਦਾਰ ਦਿਦਾਰ ਸਿੰਘ ਪਰਦੇਸੀ ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਹਰਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਕਰਦੇ ਹਾਂ ਦ ਲੇਟ ਸ਼ੋ। ਤੁਹਾਨੂੰ ਪਤਾ ਲਾਸਟ ਵੀਕ ਅਸੀਂ ਆਰਮੀ ਦਾ ਲੈ ਕੇ ਆਏ ਸੀ ਕਪਲ ਹਸਬੈਂਡ ਵਾਈਫ ਕੈਪਟਨ ਮਨੀਸ਼ ਚੌਹਾਨ ਐਂਡ ਸਰਜੈਂਟ ਹਰਪ੍ਰੀਤ ਚੌਹਾਨ। ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ। ਮੈਂ ਹਮੇਸ਼ਾ ਉਮੀਦ ਰੱਖਦਾ ਕਿ ਦੇਖੋ ਅਸੀਂ ਇੱਦਾਂ ਦੇ ਲੋਕ ਲੈ ਕੇ ਆਉਂਦੇ ਹਾਂ ਇੰਟੈਲੈਕਚੁਅਲ ਗੈਸਟ, ਤਾਂ ਕਿ ਜੋ ਆਪਣੇ ਬੱਚੇ ਘਰ ਬੈਠੇ ਨੇ ਅਗਰ ਇਹਨਾਂ ਦਾ ਪ੍ਰੋਫੈਸ਼ਨ ਉਹ ਫੋਲੋ ਕਰਨਾ ਚਾਹੁੰਦੇ ਨੇ ਕਾਲ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਅਕਾਲ ਚੈਨਲ ਇੰਨਾ ਤੁਹਾਡਾ ਫਰਜ਼ ਕਰ ਸਕਦੇ ਪੂਰਾ ਕਿ ਤੁਸੀਂ ਸਾਨੂੰ ਕਾਲ ਕਰੋ, ਵੀ ਕੈਨ ਪੁੱਟ ਯੂ ਇਨ ਕਨੈਕਸ਼ਨ ਵਿਦ ਥੀਸ ਗਾਈਜ਼। ਤੁਸੀਂ ਆਰਮੀ ਜੁਆਇਨ ਕਰਨੀ ਹੈ, ਨੇਵੀ ਜੁਆਇਨ ਕਰਨੀ ਹੈ, ਦਰਮਿਆਨ ਪੁਲਿਸ ਕਰਨੀ ਹੈ, ਇੱਦਾਂ ਦੇ ਪ੍ਰੋਗਰਾਮ ਅਕਾਲ ਚੈਨਲ 'ਚ ਅਸੀਂ ਹਮੇਸ਼ਾ ਲੈ ਕੇ ਆਉਂਦੇ ਤਾਂ ਕਿ ਸਾਡੀ ਸੰਗਤ ਤੁਸੀਂ ਜਿੰਨੇ ਵੀ ਸਾਨੂੰ ਦੇਖਦੇ ਹੋ ਅਸੀਂ ਤੁਹਾਡੀ ਕਿਸੇ ਨਾ ਕਿਸੇ ਤਰੀਕੇ ਨਾਲ ਸੇਵਾ ਵਾਪਸ ਕਰ ਸਕੀਏ। ਅੱਜ ਦਾ ਸ਼ੋਅ ਤੁਹਾਨੂੰ ਪਤਾ ਜਿਹੜਾ ਦਸੰਬਰ ਦਾ ਮਹੀਨਾ ਸ਼ਹਾਦਤ ਦਾ ਮਹੀਨਾ ਹੈਗਾ, ਅਤੇ ਇਹ ਬੜਾ ਇੰਪੋਰਟੈਂਟ ਹੈਗਾ ਕਿ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸ਼ਹਾਦਤ ਕਦੋਂ ਹੋਈ, ਕਾਹਤੇ ਹੋਈ, ਕਿਸ ਤਰ੍ਹਾਂ ਹੋਈ। ਅਤੇ ਅਸੀਂ ਹਮੇਸ਼ਾ ਹੋਰ ਤਿਉਹਾਰ ਵਗੈਰਾ ਬਲੀਵ ਕਰਦੇ ਅਸੀਂ ਇਹਨੂੰ ਸੈਲੀਬ੍ਰੇਟ ਉਹਨੂੰ ਕਰੀਏ, ਲੇਕਿਨ ਇਹ ਮਹੀਨਾ ਕੀ ਮੈਨੇ ਰੱਖਦਾ ਉਹਦੇ ਆਵਾਜ਼ ਕਰਕੇ ਮੇਰੇ ਪਾਸ ਅੱਜ ਬਹੁਤ ਲੈਜੈਂਡਰੀ ਸਾਡੇ ਸਰਦਾਰ ਦਿਦਾਰ ਸਿੰਘ ਪਰਦੇਸੀ ਜੋ ਸਭ ਦੁਨੀਆ 'ਚ ਇਹਨਾਂ ਦਾ ਨਾਮ ਮਸ਼ਹੂਰ ਹੈਗਾ। ਅਤੇ ਅਸੀਂ ਇਸ ਮਹੀਨੇ ਦੇ ਜਿਹੜੀ ਸ਼ਹਾਦਤ ਹੋਈ ਉਹਦੇ ਬਾਰੇ ਗੱਲਬਾਤ ਕਰਾਂਗੇ। ਅਤੇ ਮੈਂ ਸਿੱਧਾ ਪਹਿਲਾਂ ਆਪਣਾ ਟਾਈਮ ਨਾ ਜ਼ਾਇਆ ਕਰਦਾ ਦਿਦਾਰ ਸਿੰਘ ਦਾ ਸਵਾਗਤ ਕਰਦੇ ਹਾਂ। ਸਰਦਾਰ ਦਿਦਾਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਪਹਿਲੇ ਤਾਂ ਥੈਂਕ ਯੂ ਸੋ ਮਚ। ਮੈਂ ਦੱਸਦਾ ਜਾਵਾਂ, ਪਹਿਲਾ ਪ੍ਰੋਗਰਾਮ ਸੀਗਾ ਦਿਦਾਰ ਸਿੰਘ ਹੁਣਾਂ ਨੇ ਸਟੂਡੀਓ ਆਉਣਾ ਸੀਗਾ। ਤੁਹਾਨੂੰ ਪਤਾ ਕੱਲ੍ਹ ਹੀ ਸੰਡੇ ਵਾਲੇ ਦਿਨ ਪ੍ਰਾਈਮ ਮਿਨਿਸਟਰ ਨੇ ਅਨਾਊਂਸ ਕੀਤਾ ਟੀਅਰ 4 ਅਤੇ ਹੈਵੀ ਰਿਸਟ੍ਰਿਕਸ਼ਨ ਹੋ ਗਈ ਹੈ। ਅਤੇ ਅਕਾਲ ਚੈਨਲ ਬਿਲਕੁਲ ਆਪਣੀ ਗਾਈਡਲਾਈਨ ਫੋਲੋ ਕਰਦੀ ਹੈ ਔਰ ਰਿਸਪੈਕਟ ਕਰਦੀ ਹੈ। ਜੋ ਵੀ ਗੌਰਮੈਂਟ ਦੀ ਗਾਈਡਲਾਈਨ ਹੈਗੀ ਉਹ ਸਿਰਫ ਅਸੀਂ ਨਹੀਂ, ਤੁਸੀਂ ਵੀ ਸਾਰੇ ਉਹਨੂੰ ਫੋਲੋ ਕਰੋ। ਅਤੇ ਅੱਜ ਪਲੀਜ਼ ਤੁਸੀਂ ਆਨੰਦ ਮਾਰਿਓ। ਦਿਦਾਰ ਸਿੰਘ ਅਸੀਂ ਆਪਣੇ ਵੀਡੀਓ ਕਾਲ ਦੇ ਥਰੂ ਅੱਜ ਪ੍ਰੋਗਰਾਮ ਤੁਹਾਡੇ ਪਾਸ ਲੈ ਕੇ ਆ ਰਹੇ ਜੀ। ਭਾਜੀ ਦਿਦਾਰ ਸਿੰਘ ਜੀ, ਕੀ ਕਹਿਣਾ ਚਾਹੋਗੇ, ਤੁਸੀਂ ਦੱਸੋ। ਹਾਂਜੀ ਪਾਲ ਜੀ, ਆਪਾਂ ਅੱਜ ਸ਼ਹੀਦੀਆਂ ਜਿਹੜੀਆਂ ਨਾ, ਜਿੱਥੋਂ ਸ਼ਹੀਦੀਆਂ ਸਿੱਖੀ ਦੇ ਵਿੱਚ ਸ਼ਹੀਦੀਆਂ ਸ਼ੁਰੂ ਹੋਈਆਂ, ਆਪਾਂ ਉਹ ਤੋਂ ਸ਼ੁਰੂ ਕਰੀਏ। ਬਿਲਕੁਲ ਕਿ ਗੁਰੂ ਅਰਜਨ ਦੇਵ ਜੀ ਨੇ, ਜਿਨ੍ਹਾਂ ਨੂੰ ਕਿ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ, ਉਹਨਾਂ ਦੀ ਸ਼ਹੀਦੀ ਤੋਂ ਆਪਾਂ, ਕਿਉਂਕਿ ਸਿੱਖੀ ਮੈਨੂੰ ਨਹੀਂ ਸਮਝ ਆਉਂਦੀ ਕਿਉਂ ਸਿੱਖੀ ਸਿਰਫ ਬਣੀ ਸ਼ਹੀਦੀਆਂ ਵਾਸਤੇ ਹੀ ਆ। ਕਿੰਨੀਆਂ ਸ਼ਹੀਦੀਆਂ ਸਿੱਖੀ ਦੇ ਵਿੱਚ ਹੋਈਆਂ, ਔਰ ਮੈਨੂੰ ਹੋਰ ਕਿਸੇ ਵੀ ਮਜ਼ਹਬ ਦੇ ਵਿੱਚ ਇੰਨੀਆਂ ਸ਼ਹੀਦੀਆਂ ਦਾ ਜ਼ਿਕਰ ਨਹੀਂ ਮੈਂ ਕਦੇ ਪੜ੍ਹਿਆ ਕਿਸੇ ਮਜ਼ਹਬ ਦੇ ਵਿੱਚ। ਔਰ ਇਹ ਪ੍ਰਮਾਤਮਾ ਨੇ ਸਾਡੇ ਹਿੱਸੇ ਵਿੱਚ ਹੀ ਸ਼ਹੀਦੀਆਂ ਰੱਖੀਆਂ, ਔਰ ਇਹ ਦੁੱਖ ਜੋ ਸਾਡੇ ਗੁਰੂਆਂ ਨੇ ਵੀ ਸਹੇ, ਔਰ ਗਾਂ ਹੁਣ ਤਾਂ ਵੀ ਕਈ ਵਾਰੀ ਸਾਡੇ ਮਨ ਜਿਹੜੇ ਬੜੇ ਉਦਾਸ ਹੋ ਜਾਂਦੇ ਦੇਖ ਕੇ। ਪਹਿਲਾਂ ਤਾਂ ਮੈਂ ਉਹਨਾਂ ਆਪਣੇ ਸਾਰੀਆਂ ਹੀ ਪਵਿੱਤਰ ਰੂਹਾਂ ਨੂੰ, ਜਿਹੜੀਆਂ ਸ਼ਹੀਦੀਆਂ ਦੀਆਂ ਰੂਹਾਂ ਜਿਹੜੀਆਂ, ਉਹਨਾਂ ਨੂੰ ਆਪਣਾ ਬਹੁਤ ਪਿਆਰ ਭਰਾ ਪ੍ਰਣਾਮ ਮੈਂ ਪ੍ਰਣਾਮ ਕਰਦਾ ਹਾਂ। ਔਰ ਉਹ ਉਹ ਸਦਾ ਹੀ ਰੂਹਾਂ ਸਾਡੇ ਨਾਲ ਨੇ, ਉਹ ਗਈਆਂ ਹੀ ਨਹੀਂ ਕਿਸੇ ਪਾਸੇ, ਉਹ ਸਾਡੇ ਨਾਲ ਹੀ, ਅਸੀਂ ਉਹਨਾਂ ਨੂੰ ਸਦਾ ਯਾਦ ਕਰਦੇ ਹਾਂ। ਬਿਲਕੁਲ ਬਿਲਕੁਲ ਜੀ। ਸੋ ਮੈਂ ਗੁਰੂ ਅਰਜਨ ਦੇਵ ਸਾਹਿਬ ਤੇ ਬਹੁਤ ਪ੍ਰੋਗਰਾਮ ਕਰ ਚੁੱਕਾ ਪਹਿਲਾਂ ਵੀ, ਤੇ ਉਹਨਾਂ ਦੀ ਬੜੀ ਲਾਸਾਨੀ ਸ਼ਹੀਦੀ ਜਿਹੜੀ ਕਿ ਉਹ ਸ਼ਹੀਦਾਂ ਦੇ ਸਰਤਾਜ ਸਨ, ਔਰ ਕਿੰਨੇ ਤਸੀਹੇ ਦੇ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਔਰ ਇੱਕ ਗੁਰਦਿੱਤ ਸਿੰਘ ਕੁੰਦਨ ਸਾਹਿਬ ਬੜੇ ਅੱਛੇ ਸ਼ਾਇਰ ਹੋਏ ਨੇ, ਉਹਨਾਂ ਦੀ ਇੱਕ ਚੀਜ਼ ਮੈਂ ਪੇਸ਼ ਕਰਨੀ ਚਾਹੁੰਦਾ, ਜਿੱਥੇ ਕਿ ਉਹਦਾ ਸਿਰਲੇਖ ਹੈ ਮਿੱਠਾ ਪਾਣਾ। ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤੇਰਾ ਪਾਣਾ ਮਿੱਠਾ ਲੱਗ ਗਿਆ। ਹਾਂਜੀ, ਸੋ ਮੈਂ ਸਭ ਤੋਂ ਪਹਿਲਾਂ ਆਪਾਂ ਗੁਰੂ ਅਰਜਨ ਦੇਵ ਸਾਹਿਬ ਸ਼ਹੀਦਾਂ ਦੇ ਸਰਤਾਜ, ਉਹਨਾਂ ਦਾ ਜ਼ਿਕਰ ਕਰਦੇ ਹਾਂ। ਬਿਲਕੁਲ ਜੀ। ਮੀਆਂ ਮੀਰ ਜੀ ਸਤਿਗੁਰਾਂ ਨੂੰ ਪੁੱਛਦੇ ਨੇ, ਔਰ ਸਤਿਗੁਰੂ ਉਸ ਦਾ ਜਵਾਬ ਦਿੰਦੇ ਨੇ। ਮੀਆਂ ਮੀਰ ਨੇ ਆਖਿਆ, ਸਤਿਗੁਰੂ ਜੀ ਕੌਤਕ ਅੱਜ ਕੀ ਤੁਸੀਂ ਵਰਤਾ ਰਹੇ ਹੋ।
ਮੀਆਂ ਮੀਰ ਨੇ ਆਖਿਆ ਸਤਿਗੁਰੂ ਜੀ ਕੌਤਕ ਕਜ ਕੀ ਤੁਸੀਂ ਵਰਤਾ ਰਹੇ ਹੋ। ਸੜ ਸੜ ਕੇ ਵਾਂਗ ਪਰਵਾਨਿਆਂ ਦੇ ਠੰਡ ਕਿਦੇ ਕਲੇਜੇ ਨੂੰ ਪਾ ਰਹੇ ਹੋ। ਟਾਲ ਟਾਲ ਚਰਬੀ ਕੋਮਲ ਤਨ ਵਿੱਚੋਂ ਕਿਹੜੇ ਮੰਦਰੀ ਜੋਤਾਂ ਜਗਾ ਰਹੇ ਹੋ। ਡੁੱਬੇ ਪਏ ਹੋ ਕਿਦੇ ਪਿਆਰ ਅੰਦਰ ਬੰਨੇ ਬੇੜੀਆਂ ਕਿਸ ਦੀਆਂ ਲਾ ਰਹੇ ਹੋ। ਨਾ ਉਹ ਤਖਤ ਨਾ ਤਾਜ ਨਾ ਸਾਜ਼ ਸ਼ਾਹੀ ਠਾਠ ਹੋ ਰਹੀ ਅੱਜ ਸਰਕਾਰ ਦਾ ਏ। ਜਿਸ ਤੇ ਮਖਮਲੀ ਚਾਨਣੀ ਤਣੀ ਹੈ ਸੀ ਸਾਇਆ ਉਸ ਤੇ ਅੱਜ ਤਲਵਾਰ ਦਾ ਏ। ਸੇਵਾਦਾਰ ਜਿਸ ਨੂੰ ਪੱਖੇ ਚੱਲਦੇ ਸਨ ਚੱਲ ਉਸ ਨੂੰ ਤੂੰ ਅੱਜ ਮਾਰਦਾ ਏ। ਫੁੱਲ ਵਰਸਦੇ ਸੀ ਜਿਹੜੀ ਦੇ ਉੱਤੇ ਕੋਈ ਉਸ ਤੇ ਰੇਤ ਖਿਲਾਰਦਾ ਏ। ਸੁਣ ਕੇ ਗੱਲ ਗੁਰੂ ਜੀ ਹੱਸ ਬੋਲੇ ਮੀਆਂ ਮੀਰ ਕੋਈ ਸੇਕ ਨਾ ਅੱਗ ਦਾ ਏ। ਚਰਬੀ ਜਿਉਂ ਜਿਉਂ ਨੁੱਚੜਦੀ ਦੇ ਵਿੱਚੋਂ ਤਿਉਂ ਤਿਉਂ ਆਤਮਾ ਦਾ ਦੀਵਾ ਜਗਦਾ ਏ। ਖਿੜਦੇ ਪਏ ਨੇ ਫੁੱਲ ਕੁਰਬਾਨੀਆਂ ਦੇ ਸੁੱਕਦਾ ਖੂਨ ਜਿਉਂ ਜਿਉਂ ਰਗ ਰਗਦਾ ਏ। ਕੌੜੇ ਸੁੱਖ ਸੰਸਾਰ ਦੇ ਜਾਪਦੇ ਨੇ ਪਾਣਾ ਮਿੱਠਾ ਪਿਆਰੇ ਦਾ ਲੱਗਦਾ ਏ। ਤੱਤੀ ਤਵੀ ਜੋ ਤੁਸਾਂ ਨੂੰ ਨਜ਼ਰ ਆਵੇ ਸਾਨੂੰ ਤਖਤ ਤਾਊਸ ਦੇ ਤੁਲ ਹੈ। ਤਾਈਓ ਇਸ ਤੇ ਪੌਰਾਂ ਦੇ ਵਾਂਗ ਬੈਠੇ ਸਾਡੇ ਲਈ ਗੁਲਾਬ ਦਾ ਫੁੱਲ ਹੈ। ਉਥੇ ਲੋੜ ਕੀ ਮਖਮਲੀ ਚਾਨਣੀ ਦੀ ਜਿੱਥੇ ਸਬਰ ਦੀ ਚਾਨਣੀ ਤਣੀ ਹੋਵੇ। ਉਸਨੂੰ ਅੱਗ ਵੀ ਖਿੜੀ ਗੁਲਜ਼ਾਰ ਜਾਪੇ ਜਿਹਦੇ ਕੋਲ ਇੱਕ ਨਾਮ ਦੀ ਕਣੀ ਹੋਵੇ। ਉਸਨੂੰ ਖੌਫ ਕੀ ਜਗ ਦੀ ਦੁਸ਼ਮਣੀ ਦਾ ਜਿਹਦੀ ਨਾਲ ਪਿਆਰੇ ਦੇ ਬਣੀ ਹੋਵੇ। ਨਾਗ ਦੁੱਖਾਂ ਦੇ ਉਸ ਨੂੰ ਡਸਦੇ ਨਹੀਂ ਜਿਹਦੇ ਕੋਲ ਸੁਖਮਨੀ ਦੀ ਮਣੀ ਹੋਵੇ। ਨਾਗ ਦੁੱਖਾਂ ਦੇ ਉਸ ਨੂੰ ਡਸਦੇ ਨਹੀਂ ਜਿਹਦੇ ਕੋਲ ਸੁਖਮਨੀ ਦੀ ਮਣੀ ਹੋਵੇ। ਜਿਹਦੇ ਕੋਲ ਸੁਖਮਨੀ ਦੀ ਮਣੀ ਹੋਵੇ। ਸੋ ਉਹਨਾਂ ਦੇ ਪਾਸ ਸੁਖਮਨੀ ਦੀ ਮਣੀ ਸੀ ਜਿਸ ਦੇ ਕਾਰਨ ਉਹ ਸਾਰੇ ਤਸੀਹੇ ਸਹਿ ਗਏ ਔਰ ਉਹਨਾਂ ਦੇ ਨਾਲ ਉਸਲੇ ਪਰਮਾਤਮਾ ਦੀ ਆਸ਼ੀਰਵਾਦ ਸੀ। ਸਤਿਗੁਰੂ ਵਾਹਿਗੁਰੂ ਉਹਨਾਂ ਦੇ ਨਾਲ ਸਨ। ਇਸ ਕਰੇ ਇਹੋ ਜਿਹੇ ਤਸੀਹੇ ਜੋ ਦਿੱਤੇ ਗਏ ਉਹਨਾਂ ਨੂੰ ਉਹਨਾਂ ਜ਼ਾਲਮਾਂ ਨੇ ਜਹਾਂਗੀਰ ਦੇ ਰਾਜ ਦੇ ਵਿੱਚ। ਸੋ ਇਹ ਸਾਡੀ ਸਭ ਤੋਂ ਸਿੱਖੀ ਦੇ ਵਿੱਚ ਸਭ ਤੋਂ ਵੱਡੀ ਸ਼ਹਾਦਤ ਜੋ ਉਹਦੀ ਪ੍ਰੀਤਾ ਜੋ ਜੀ ਆ ਉਹ ਜਾਣੀ ਜੋ ਵੀ ਆਈ ਜੋ ਹੋਈ ਹੈ ਇਹ ਗੁਰੂ ਅਰਜਨ ਦੇਵ ਸਾਹਿਬ ਹੋਰਾਂ ਨੇ ਉਹ ਸ਼ਹੀਦਾਂ ਦੇ ਸਰਤਾਜ ਹੋਏ ਨੇ। ਔਰ ਉਸ ਤੋਂ ਬਾਅਦ ਸਮਝ ਲਓ ਦਿਲ ਬੜਾ ਭਰ ਜਾਂਦਾ ਜਦ ਵੀ ਉਹਨਾਂ ਸ਼ਹੀਦੀਆਂ ਦੀ ਗੱਲ ਕਰਦਾ। ਮੈਂ ਤਾਂ ਕਈ ਵਾਰੀ ਪ੍ਰੋਗਰਾਮ ਦੇ ਵਿੱਚ ਕਿਸੇ ਵੇਲੇ ਰੋਣਾ ਆ ਜਾਂਦਾ ਹੈ। ਦਰਸ਼ਕ ਜੀ ਅਸੀਂ ਪਹਿਲਾਂ ਸ਼ੋਅ ਤੋਂ ਗੱਲ ਕਰ ਰਹੇ ਸੀਗੇ
ਕਿ ਤੁਹਾਡਾ ਰਾਤੀ ਬੜਾ ਮਨ ਉਦਾਸ ਰਿਹਾ ਕਿਉਂਕਿ ਤੁਹਾਨੂੰ ਪਤਾ ਚੱਲ ਸ਼ੁਭਾ ਅਸੀਂ ਸ਼ਹਾਦਤ ਬਾਰੇ ਗੱਲ ਕਰਨੀ ਹੈ। ਇਸ ਬੜੀ ਨੈਚੁਰਲ ਦੇਖੋ ਜੋ ਆਪਣੀ ਐਰਾ ਸੀਗਾ ਆਪਣਾ ਆਪਾਂ ਨੂੰ ਥੋੜ੍ਹੀ ਬਹੁਤੀ ਹਿਸਟਰੀ ਪਤਾ। ਅੱਜ ਦਾ ਪ੍ਰੋਗਰਾਮ ਜੋ ਅਸੀਂ ਸਪੈਸ਼ਲ ਲੈ ਕੇ ਆਏ ਹਾਂ, ਪਹਿਲਾਂ ਤਾਂ ਤੁਹਾਡਾ ਸ਼ੁਕਰਾਨਾ ਕਰਦੇ ਹਾਂ। ਦੂਸਰੀ ਗੱਲ, ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਸਿੱਖਾਂ ਦੀ ਕੀ ਹਿਸਟਰੀ ਹੈਗੀ ਹੈ, ਇਹ ਮਹੀਨਾ ਕੀ ਮਾਇਨੇ ਰੱਖਦਾ। ਅਤੇ ਦਰਦਾਰ ਸਿੰਘ ਜੀ ਹੋਰ ਕੀ ਕਹਿਣਾ ਚਾਹੋਗੇ? ਹਾਂਜੀ, ਤੁਸੀਂ ਦੇਖੋ ਨਾ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਇੰਨੀਆਂ ਜਾਣੀ ਉਹਨਾਂ ਨੂੰ ਦੁੱਖ ਦਿੱਤੇ ਗਏ, ਔਰ ਉਹ ਜਿਹੜੀ ਸ਼ਹੀਦੀ ਆ ਜਾਣੀ ਪਤਾ ਨਹੀਂ ਕਿਉਂ ਇੰਨਾ ਜ਼ਾਲਮਾਨਾ ਤਰੀਕਾ ਉਹਨਾਂ ਨੇ ਹਰ ਸ਼ਹੀਦੀ ਵਾਸਤੇ ਵਰਤਿਆ ਹੈਗਾ। ਔਰ ਉਹ ਜਾਣੀ ਉਸ ਸਮੇਂ ਦੇ ਵਿੱਚ ਜਾਣੀ ਕਿੱਦਾਂ ਉਹਨਾਂ ਨੇ ਉਸ ਦੁੱਖ ਨੂੰ ਸਹਾਰਿਆ ਹੋਏਗਾ। ਔਰ ਇਸੇ ਤਰ੍ਹਾਂ ਹੁਣ ਆਪਾਂ ਜਾਣੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦਾ ਜ਼ਿਕਰ ਕਰਦੇ ਹਾਂ ਠੀਕ ਹੈ ਕਿ ਜਿਨ੍ਹਾਂ ਨੂੰ ਵੀ ਜਾਣੀ ਆਪਣੀ ਸ਼ਹੀਦੀ ਦੇਣੀ ਪਈ। ਸਿਰਫ ਕਸ਼ਮੀਰ ਦੇ ਪੰਡਤਾਂ ਦਾ ਸਾਰਿਆਂ ਨੂੰ ਇਹਨਾਂ ਸਟੋਰੀਆਂ ਦਾ ਪਤਾ ਹੈ, ਇਹਨਾਂ ਸਾਰੀ ਦਾਸਤਾਨ ਦਾ। ਤੇ ਉਹਨਾਂ ਨੇ ਗੁਰੂ ਮਹਾਰਾਜ ਨੂੰ ਆਣ ਕੇ ਬੇਨਤੀ ਕੀਤੀ ਕਿ ਸਾਡੇ ਧਰਮ ਦਾ ਤੁਸੀਂ ਜੋ ਵੀ ਤੁਸੀਂ ਸਾਡੇ ਧਰਮ ਨੂੰ ਬਚਾਓ, ਸਾਨੂੰ ਸਾਰਿਆਂ ਨੂੰ ਮੁਸਲਮਾਨ ਬਣਾਈ ਜਾ ਰਿਹਾ ਹੈ। ਯਾਨੀ ਉਸ ਸਮੇਂ ਦਾ ਜਿਹੜਾ ਜੋ ਬਾਦਸ਼ਾਹ ਸੀਗਾ। ਸੋ ਉਹਨਾਂ ਨੇ ਕਿਹਾ ਕਿ ਚਲੋ ਇੱਦਾਂ ਕਰੋ ਵੀ ਉਹਨੂੰ ਕਹੋ ਕਿ ਮੈਨੂੰ ਬਣਾ ਲਵੇ ਉਹ ਮੁਸਲਮਾਨ। ਜੇ ਮੈਂ ਬਣ ਜਾ ਤੇ ਤੁਸੀਂ ਸਾਰੇ ਭਾਵਾਂ ਬਣ ਜਾਓ ਮੁਸਲਮਾਨ। ਸੋ ਲੇਕਿਨ ਇਸ ਕਰਕੇ ਉਹਨੂੰ ਜਾਣੀ ਬਾਦਸ਼ਾਹ ਨੂੰ ਕਿਹਾ ਗਿਆ ਤੇ ਮਹਾਰਾਜ ਨੂੰ ਫਿਰ ਉਹਨਾਂ ਨੇ ਭੇਜਿਆ ਕਿ ਚਲੋ ਵੀ ਲਿਆਓ। ਗੁਰੂ ਮਹਾਰਾਜ ਨੂੰ ਫਿਰ ਉੱਥੇ ਪਿੰਜਰੇ ਵਿੱਚ ਬੰਦ ਕੀਤਾ ਗਿਆ, ਜਿੱਦਾਂ ਕਿ ਸਾਰੀ ਦਾਸਤਾਨ ਦੱਸੀ ਗਈ ਆ। ਔਰ ਜਿਹਦੇ ਵਿੱਚ ਕਿ ਉਹਨਾਂ ਦੇ ਆਪਣੇ ਸਿੱਖਾਂ ਨੂੰ ਜਾਣੀ ਉੱਥੇ ਉਹਨਾਂ ਦੇ ਸਾਹਮਣੇ ਜਿੱਦਾਂ ਜੈਤਾ ਜੀ ਨੂੰ ਔਰ ਮਤੀਦਾਸ ਜੀ ਤੇ ਔਰ ਸਤੀਦਾਸ, ਮਤੀਦਾਸ ਤੇ ਸਤੀਦਾਸ ਹੋਣਾ ਨੂੰ ਔਰ ਭਾਈ ਦਿਆਲਾ ਜੀ ਨੂੰ ਉਬਾਲਿਆ ਗਿਆ ਹਾਂਜੀ ਦੇਗਾਂ ਦੇ ਵਿੱਚ, ਤਾਂ ਕਿ ਉਹ ਮੁਸਲਮਾਨ ਬਣ ਜਾਣ ਗੁਰੂ ਤੇਗ ਬਹਾਦਰ ਸਾਹਿਬ। ਪਰ ਉਹਨਾਂ ਨੇ ਆਪਣੇ ਸਿਦਕ ਤੋਂ ਨਹੀਂ ਹਾਰੇ ਉਹ, ਔਰ ਉਹਨਾਂ ਨੇ ਸ਼ਹੀਦੀ ਪਾਈ। ਬਾहें ਜਿਨ੍ਹਾਂ ਕੀ ਪਕੜੀ ਹੈ, ਜੋ ਪ੍ਰੋਮਿਸ ਉਹਨਾਂ ਕੀਤਾ ਸੀ, ਬਾहें ਜਿਨ੍ਹਾਂ ਦੀ ਪਕੜੀ ਹੈ ਸਿਰ ਦੀ ਚਾਹੇ ਬਾहें ਨਾ ਛੋੜੀ ਹੈ। ਗੁਰੂ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀ ਹੈ। ਸੋ ਇਹ ਹੈ ਕਿ ਉਹਨਾਂ ਦਾ ਸੀਸ ਉੱਥੇ ਚਾਂਦਨੀ ਚੌਕ ਦੇ ਵਿੱਚ ਜਾਣੀ ਉਹਨਾਂ ਨੂੰ ਕਤਲ ਕੀਤਾ ਗਿਆ ਤੇ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਗੁਰੂ ਗੋਬਿੰਦ ਸਿੰਘ ਪਾਸ ਉਹਨਾਂ ਦੇ ਪੁੱਤਰ ਪਾਸ ਲੈ ਕੇ ਗਏ। ਉਹਨਾਂ ਦੀ ਉਮਰ ਗੁਰੂ ਗੋਬਿੰਦ ਸਿੰਘ ਸਾਹਿਬ ਦੀ 9 ਸਾਲ ਦੀ ਸੀ, ਛੋਟੀ ਉਮਰ ਦੇ ਵਿੱਚ। ਔਰ ਉਹ ਗਏ ਵੀ ਆਪਣੇ ਉਹਨਾਂ ਨੇ ਆਪ ਪਿਤਾ ਜੀ ਨੂੰ ਭੇਜਿਆ ਕਿ ਤੁਹਾਤੋਂ ਵੱਡੀ ਰੂਹ ਕਿਹੜੀ ਹੋਏਗੀ ਜਿਹੜੀ ਕਿ ਸ਼ਹਾਦਤ ਦੇ ਸਕਦੀ ਆ। ਸੋ ਹੁਣ ਆਪਾਂ ਇੱਥੋਂ ਜ਼ਿਕਰ ਕਰਾਂਗੇ ਆਪਣੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜ਼ਿੰਦਗੀ ਦਾ, ਜਿੱਥੇ ਕਿ ਹੁਣ ਅੱਜ ਦੀ ਵੀ ਜੋ ਵੀ ਦਾਸਤਾਂ ਬਹੁਤ ਸ਼ਹੀਦੀਆਂ ਉਸ ਤੋਂ ਬਾਅਦ ਹੋਈਆਂ। ਸੋ ਉਹਨਾਂ ਦਾ ਜਨਮ ਜਦੋਂ ਹੋਇਆ, ਮੈਂ ਉਹਦਾ ਇੱਕ ਜ਼ਿਕਰ ਕਰਨਾ ਚਾਹੁੰਦਾ। ਬਾਬੂ ਫਿਰੋਜ਼ਦੀਨ ਸ਼ਰਫ ਇੱਕ ਬਹੁਤ ਅੱਛੇ ਮੁਸਲਮਾਨ ਸ਼ਾਇਰ ਹੋਏ ਨੇ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਾਸਤੇ ਇਹ ਨਜ਼ਮ ਲਿਖੀ ਹੈ, ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ। ਹਾੜ ਸੁਣ ਕੇ ਦੁਖੀ ਬੰਦਿਆਂ ਦੇ ਹਾਂ ਤੇ ਦਇਆ ਕਰਨ ਤੇ ਜਦੋਂ ਕਰਤਾਰ ਹੋਇਆ। ਪਟਨੇ ਸ਼ਹਿਰ ਵਿੱਚ ਕਿਰਪਾ ਦੀ ਲਹਿਰ ਆਈ ਓ ਤੇ ਵਿੱਚੋਂ ਲਾਲ ਸੁੱਚਾ ਪੈਦਾਵਾਰ ਹੋਇਆ। ਤੇਰਾ ਰੂਪ ਅਨੂਪ ਤੇ ਚੰਦ ਚਿਹਰਾ ਤੇ ਜਿਨੇ ਵੇਖਿਆ ਉਹੀ ਬਲਿਹਾਰ ਹੋਇਆ। ਕਲਗੀ ਵਾਲੇ ਜੀ ਆਪ ਦੇ ਨਾਮ ਤੋਂ
ਤੇ ਸਾਰਾ ਪੰਥ ਬਲਿਹਾਰ ਨਿਸਾਰ ਹੋਇਆ। ਬਦਲੇ ਇੱਟਾਂ ਦੇ ਨੀਹਾਂ ਵਿੱਚ ਚਾ ਲਾਲ ਦਿੱਤੇ, ਬਦਲੇ ਇੱਟਾਂ ਦੇ ਨੀਹਾਂ ਵਿੱਚ ਲਾਲ ਦਿੱਤੇ, ਤਾਂ ਇਹ ਸਿੱਖੀ ਦਾ ਮਹਿਲ ਤਿਆਰ ਹੋਇਆ। ਕਲਗੀ ਵਾਲੇ ਜੀ ਆਪ ਦੇ ਨਾਮ ਤੋਂ ਤੇ ਸਾਰਾ ਪੰਥ ਬਲਿਹਾਰ ਨਿਸਾਰ ਹੋਇਆ। ਕਲਗੀ ਵਾਲੇ ਜੀ ਆਪ ਦੇ ਨਾਮ ਤੋਂ ਸਾਰਾ ਪੰਥ ਬਲਿਹਾਰ ਨਿਸਾਰ ਹੋਇਆ। ਸਾਰਾ ਪੰਥ ਬਲਿਹਾਰ ਨਿਸਾਰ ਹੋਇਆ। ਸੋ ਕਲਗੀਧਰ ਸਾਹਿਬ ਜੀ ਦੀ ਉਹਨਾਂ ਤੇ ਸਾਰਾ ਪੰਥ ਬਲਿਹਾਰ ਨਿਸਾਰ, ਉਹਨਾਂ ਤੇ ਕੁਰਬਾਨ ਅਸੀਂ ਉਹਨਾਂ ਦੀ ਜ਼ਿੰਦਗੀ ਤੇ। ਪਾਲ ਜੀ ਕੀ ਆ, 42 ਸਾਲ ਦੀ ਉਮਰ ਹੁੰਦੀ ਆ। ਬਿਲਕੁਲ ਭਾਜੀ। ਮੈਂ 84 ਵਿੱਚ ਚਲਾ ਗਿਆ, ਹੁਣ 84 ਵਿੱਚ ਡਬਲ ਉਮਰ ਹੋ ਗਈ ਮੇਰੀ। ਅਸੀਂ ਕੀ ਕੀਤਾ, ਹੁਣ ਤੇ ਅਸੀਂ ਸਾਰੇ ਜ਼ਮਾਨੇ ਦੀ ਖੇਚ ਹਾਣੀ ਇੱਥੇ ਆ ਕੇ ਇਸ ਜਨਮ 'ਚ। ਸੋ ਉਹਨਾਂ ਨੇ 42 ਸਾਲ ਦੇ ਵਿੱਚ ਜ਼ਮਾਨੇ ਦੀ ਖੇ ਅਸੀਂ ਛਾਣਦੇ ਰਹੇ। ਉਹਨਾਂ ਨੇ 42 ਸਾਲ ਦੀ ਉਮਰ 'ਚ ਕੀ ਕਰ ਗਏ ਨੇ, ਉਹ ਕਿੰਨੀਆਂ ਕੁਰਬਾਨੀਆਂ ਕਰ ਗਏ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦੇਣਾ ਅਸੀਂ ਨਹੀਂ ਦੇ ਸਕਦੇ। ਸੋ ਉਹਨਾਂ ਨੇ ਜੋ ਸਾਡੇ ਵਾਸਤੇ ਉਸ ਛੋਟੀ ਜਿਹੀ ਉਮਰ 42 ਸਾਲ ਦੀ ਉਮਰ ਦੇ ਵਿੱਚ ਉਹ ਸਾਥੋਂ ਚਲੇ ਗਏ। ਔਰ ਇੱਕ ਸਿੱਖੀ, ਔਰ ਇਹ ਸਿੱਖ ਇੱਕ ਸਿੱਖਾਂ ਨੂੰ ਸਾਨੂੰ ਇਹੋ ਜਿਹਾ ਜੀਵਨ ਦੇਗਾ ਕਿ ਇਸ ਵੇਲੇ ਕੋਈ ਸਾਰੀ ਦੁਨੀਆ ਵਿੱਚ ਸਿੱਖੀ ਦੀ ਬੱਲੇ ਬੱਲੇ ਆ। ਸਾਰੀ ਦੁਨੀਆ ਵਿੱਚ ਸਿੰਘ ਗੱਜਦੇ ਨੇ। ਸੋ ਇਹ ਉਹਨਾਂ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ। ਔਰ ਗਾਂ ਤੁਸੀਂ ਦੇਖੋ ਕਿ ਉਹਨਾਂ ਦੇ ਆਪਾਂ ਸਕੂਲ ਦੀ ਗੱਲ ਕਰਦੇ ਹਾਂ, ਇਸ ਤੋਂ ਬਾਅਦ ਕਲਗੀਧਰ ਦੇ ਸਕੂਲ ਦੀ। ਪਾਲ ਜੀ ਆਈ ਹੋਪ ਯੂ ਵਿਲ, ਇਹ ਬੜੀ ਬਚਪਨ ਤੋਂ ਮੈਂ ਇਸ ਜਾਣੀ ਚੀਜ਼ ਨੂੰ ਮੈਂ ਗਾਉਂਦਾ ਰਿਹਾ ਗੁਰਦੁਆਰਿਆਂ 'ਚ ਵੀ ਖੜੇ ਹੋ ਕੇ ਕਦੇ। ਤੇ ਉਹ ਆ ਕਿ ਕਲਗੀਧਰ ਦੇ ਸਕੂਲ ਦੇ ਵਿੱਚ ਮੈਂ ਦਿਲ ਦਾ ਆਇਆ ਕਿ ਉੱਥੇ ਅਸੀਂ ਦਾਖਲ ਹੋਈਏ, ਪਰ ਉਹਦੀਆਂ ਸ਼ਰਤਾਂ ਦੇਖੋ ਕੀ ਨੇ। ਕਲਗੀ ਵਾਲਿਆ ਤੇਰੇ ਸਕੂਲ ਅੰਦਰ ਲੋਕੀ ਆਖਦੇ ਲੱਗਦੀ ਫੀਸ ਕੋਈ ਨਾ, ਹੋਇਆ ਇਸੇ ਖਿਆਲ ਤੇ ਮੈਂ ਦਾਖਲ ਦੇਣੇ ਪੈਣਗੇ 20 ਤੇ 30 ਕੋਈ ਨਾ। ਜਾ ਕੇ ਵਿੱਚ ਜਮਾਤ ਦੇ ਵੇਖਿਆ ਕੀ ਪੜਨ ਵਾਲਿਆਂ ਦੇ ਧੜੀ ਸੀਸ ਕੋਈ ਨਾ। ਲਾਸ਼ੇ ਤੜਫਦੇ ਸੀ ਐਸੇ ਮੁਰਗ ਬਿਸਮਿਲ ਕਰ ਸਕਦਾ ਜਿਨ੍ਹਾਂ ਦੀ ਰੀਸ ਕੋਈ ਨਾ। ਇੱਥੇ ਲਾਜ਼ਮੀ ਸਿਰਾਂ ਦੀ ਫੀਸ ਦੇਣੀ, ਇੱਕ ਲਾਸ਼ ਨੇ ਕਿਹਾ ਪੁਕਾਰ ਮੈਨੂੰ, ਸੀਸ ਫੀਸ ਦੇ ਕੇ ਤੇ
ਅਸੀਸ ਲੈਣੀ ਸਬਕ ਮਿਲੇਗਾ ਤਾਂ ਦੂਜੀ ਵਾਰ ਤੈਨੂੰ ਸੀਸ ਫੀਸ ਦੇ ਕੇ ਤੇ ਅਸੀਸ ਲੈਣੀ ਸਬਕ ਮਿਲੇਗਾ ਤਾਂ ਦੂਜੀ ਵਾਰ ਤੈਨੂੰ। ਸੋ ਇਹ ਸੀ ਕਲਗੀਧਰ ਦਾ ਸਕੂਲ ਜਿੱਥੇ ਕਿ ਫੀਸ ਸੀਸ ਦੇ ਕੇ ਦੇਣੀ ਪੈਂਦੀ ਹੈ। ਦਿਦਾਰ ਸਿੰਘ ਜੀ, ਅਸੀਂ ਜੇ ਆਪਣੀ ਹਿਸਟਰੀ ਦੇਖੀਏ ਸਿੱਖਾਂ ਦੇ ਵਿੱਚ, ਅਗਰ ਸ਼ਹਾਦਤ ਦਾ ਨਾਮ ਲਓ, ਸਿਰਫ ਆਪਣੀ ਸਿੱਖਾਂ ਦੇ ਵਿੱਚ ਇਹ ਸਮਾਨ ਬਹੁਤ ਹੋਇਆ ਹੈ। ਇਹਦਾ ਕੀ ਕਾਰਨ ਹੋ ਸਕਦਾ? ਕਿਉਂ ਇੰਨਾ ਜ਼ੁਲਮ ਕਿਉਂ ਅਸੀਂ ਸਿੱਖਾਂ ਨੇ ਸਹਾਇਆ? ਬਸ ਦੇਖ ਲਓ, ਮੈਨੂੰ ਸਮਝ ਨਹੀਂ ਲੱਗਦੀ ਕਿ ਕਿਉਂ ਜਦ ਵੀ ਕੋਈ ਨਾ ਕੋਈ ਮੁਸੀਬਤ ਪੈਂਦੀ ਸਿੱਖਾਂ ਤੇ ਹੀ ਪੈਂਦੀ ਆ। ਬਿਲਕੁਲ ਸਿੱਖਾਂ ਦੇ, ਔਰ ਇਹ ਆ ਕਿ ਸਿੱਖਾਂ ਨੂੰ ਹੁਣ ਤਾਈਂ ਇਸ ਚੀਜ਼ ਸਮਝ ਨਹੀਂ ਆਈ ਕਿ ਵੀ ਅਸੀਂ ਸਾਰੇ ਆਪਣੇ ਇੱਕ ਮੁੱਠ ਹੋਈਏ, ਅਸੀਂ ਸਾਰੇ ਇਕੱਠੇ ਹੋਈਏ। ਔਰ ਸਿੱਖੀ ਦੇ ਰੂਲ ਜਿਹੜੇ ਆ ਇੱਕ ਤਰ੍ਹਾਂ ਦੇ ਰੂਲ ਸਾਰੇ ਹੋਣੇ ਚਾਹੀਦੇ। ਕੋਈ ਕਿੱਧਰ ਤੁਰਿਆ ਫਿਰਦਾ, ਕੋਈ ਕਿੱਧਰ ਤੁਰਿਆ ਫਿਰਦਾ, ਕੋਈ ਸਮਝ ਨਹੀਂ ਆਉਂਦੀ ਇਸ ਚੀਜ਼ ਦੀ। ਸੋ ਸਾਨੂੰ ਇਹ ਬਹੁਤ ਸਾਡੇ ਵਾਸਤੇ ਜ਼ਰੂਰੀ ਆ। ਗਾਂ ਸਮੇਂ ਦੇ ਵਿੱਚ ਜੇ ਅਸੀਂ ਵਿਚਰਨਾ ਹੈ ਤੇ ਅਸੀਂ ਆਪਣੇ ਆਪ ਨੂੰ ਇਕੱਠਾ ਕਰੀਏ, ਇਕੱਠੇ ਹੋਈਏ ਅਸੀਂ, ਔਰ ਸਾਡੀ ਇੱਕ ਆਵਾਜ਼ ਹੋਵੇ ਜਦ ਵੀ ਹੋਵੇ। ਦਿਦਾਰ ਸਿੰਘ ਜੀ, ਹਾਂਜੀ, ਕੋਈ ਛੋਟੀਆਂ ਗੱਲਾਂ ਤੋਂ ਅਸੀਂ ਇੱਕ ਦੂਸਰੇ ਦੇ ਉੱਤੇ ਉਂਗਲਾਂ ਉਠਾਉਂਦੇ ਆ। ਸੋ ਇਸ ਕਰਕੇ ਸਾਨੂੰ ਬਹੁਤ ਜ਼ਰੂਰੀ ਆ ਸਾਡੇ ਵਾਸਤੇ ਕਿ ਅਸੀਂ ਸਾਰੇ ਇਕੱਠੇ ਹੋਈਏ, ਇੱਕ ਜ਼ੁਬਾਨ ਜਿੱਥੇ ਵੀ ਹੋਵੇ ਇੱਕ ਜ਼ੁਬਾਨ 'ਚ ਬੋਲੀਏ ਅਸੀਂ। ਦਿਦਾਰ ਸਿੰਘ ਜੀ, ਜੇ ਮੈਂ ਸ਼ਹਾਦਤ ਦੀ ਗੱਲ ਕਰਾਂ, 500-550 ਸਾਲ ਦੋ ਹੁੰਦੀ ਆਈ ਹੈ, ਹੁਣ ਵੀ ਹੋ ਰਹੀ ਹੈ। ਇਹ ਸਿੱਖਾਂ ਦੇ ਉੱਪਰ ਬੜਾ ਭਾਰਾ ਟਾਈਮ ਹੈ ਤੇ ਕਿੰਨੀ ਦਫਾ ਬੰਦਾ ਸੋਚਦਾ ਹੈ, ਬੱਚੇ ਸੋਚਦੇ ਨੇ। ਇਸੇ ਕਰਕੇ ਬੱਚਿਆਂ ਨੂੰ ਹਿਸਟਰੀ ਪਤਾ ਲੱਗਣੀ ਚਾਹੀਦੀ ਹੈ ਕਿ ਕਿੰਨੀ ਦੇਰ ਤੋਂ ਅਸੀਂ ਸ਼ਹਾਦਤਾਂ ਕਰਦੇ ਹਾਂ, ਕਿੰਨੀ ਦੇਰ ਤੋਂ ਅਸੀਂ ਬੇਇਨਸਾਫੀ ਉਹਦੇ ਨਾਲ ਮੰਨਦੇ ਆਏ ਹਾਂ। ਇਹ ਹੁਣ ਕਿੰਨੀ ਦੇਰ ਚੱਲੇਗਾ? ਤੁਹਾਨੂੰ ਕੀ ਲੱਗਦਾ ਕਿ ਆਪਣੇ ਸਿੱਖਾਂ ਨੂੰ ਕਦੋਂ ਹੋਏਗਾ ਕਿ ਕੋਈ ਸੁੱਖ ਦਾ ਸਾਹ ਆਏਗਾ ਕਿ ਵਾਕਈ ਅਸੀਂ ਜੋ ਦੇਣਾ ਚਾਹੁੰਦੇ ਸੀ ਦੇ ਚੁੱਕੇ ਹਾਂ, ਬਹੁਤ ਕੁਝ ਸੈਕਰੀਫਾਈਸ ਕਰ ਚੁੱਕੇ ਹਾਂ? ਨਹੀਂ, ਬੜਾ ਕੁਝ ਸੈਕਰੀਫਾਈਸ ਕੀਤਾ। ਹੁਣ ਅੱਜ ਜਿਹੜਾ ਆਪਾਂ ਜ਼ਿਕਰ ਕਰਨਾ ਉਹਨਾਂ ਜਿਹੜੀਆਂ ਛੋਟੀਆਂ ਰੂਹਾਂ ਜੋ ਕਿ ਸਾਡੇ ਤੋਂ ਵਿਛੜ ਗਈਆਂ, ਉਹ ਦੇਖ ਲਓ ਕਿ ਜਿੱਦਾਂ 20 ਔਰ 21 ਦਸੰਬਰ ਤੋਂ ਫਰਜ਼ ਕਰੋ ਉਸ ਰਾਤ ਨੂੰ ਕਿ ਵਿਛੋੜਾ ਹੋਇਆ ਉਹਨਾਂ ਦਾ ਅਨੰਦਪੁਰ ਦੇ ਕਿਲੇ ਤੋਂ। ਉਹ ਵੀ ਸਿਰਫ ਕਿ ਜਿਹੜੇ ਉਸ ਸਮੇਂ ਦੇ ਜਿਹੜਾ ਰੂਲਰ ਸੀ ਜਾਂ ਉਸ ਸਮੇਂ ਦਾ ਬਾਦਸ਼ਾਹ ਸੀ, ਉਸਨੇ ਕਸਮਾਂ ਖਾਧੀਆਂ, ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ। ਉਸ ਕੁਰਾਨ ਸ਼ਰੀਫ ਦੀ ਕਸਮ ਦੇ ਉੱਤੇ ਉਹਦਾ ਯਕੀਨ ਕਰਦੇ ਹੋਏ ਗੁਰੂ ਮਹਾਰਾਜ ਨੇ ਕਿਲਾ ਛੱਡਿਆ। ਉਹਨਾਂ ਨੇ ਕਿਹਾ ਸੀ, ਤੁਹਾਨੂੰ ਅਸੀਂ ਕੁਛ ਨਹੀਂ, ਤੁਹਾਡਾ ਪਿੱਛਾ ਨਹੀਂ ਕਰਾਂਗੇ, ਤੁਹਾਨੂੰ ਆਰਾਮ ਨਾਲ ਤੁਸੀਂ ਨਿਕਲ ਜਾਓ ਤੇ ਅਸੀਂ ਕੁਛ ਨਹੀਂ ਤੁਹਾਨੂੰ ਕਹਾਂਗੇ। ਉੱਥੇ ਬਸ ਉਸ ਤਰ੍ਹਾਂ ਇੱਕ ਅੱਧਾ 1.5 ਮਿੰਟ ਰਹਿੰਦਾ, ਆਪਾਂ ਫਿਰ ਬ੍ਰੇਕ ਲੈ ਕੇ ਬਾਅਦ 'ਚ ਗੱਲ ਕਰਾਂਗੇ। ਮੈਨੂੰ ਨਾ ਬੜਾ ਅੱਛਾ ਲੱਗਦਾ ਕਿ ਪਹਿਲਾਂ ਤੁਸੀਂ ਆਏ ਹੋ। ਵੱਡਾ ਮਕਸਦ ਅੱਜ ਦੇ ਪ੍ਰੋਗਰਾਮ ਦਾ ਕਿ ਜੋ ਸਾਡੇ ਬੱਚੇ ਬੈਠੇ ਨੇ ਉਹਨਾਂ ਨੂੰ ਕਈ ਦਫਾ ਮਾਪਿਆਂ ਨੂੰ ਨਹੀਂ ਟਾਈਮ ਹੁੰਦਾ ਆਪਣੀ ਹਿਸਟਰੀ ਦੱਸਣ ਦਾ। ਮੈਂ ਉਮੀਦ ਰੱਖਦਾ ਕਿ ਅੱਜ ਤੁਹਾਡਾ ਪ੍ਰੋਗਰਾਮ ਦੇਖ ਕੇ ਕਿ ਬੱਚਿਆਂ ਨੂੰ ਬਿਠਾ ਕੇ ਇਹ ਪ੍ਰੋਗਰਾਮ ਦਿਖਾਇਆ ਜਾਏਗਾ। ਬਿਲਕੁਲ ਆਪਾਂ ਨੂੰ ਬੱਚਿਆਂ ਤੁਸੀਂ ਦੱਸੋਗੇ ਤਾਂ ਉਹਨਾਂ ਨੂੰ ਪਤਾ ਲੱਗੇਗਾ। ਇਹ ਤਾਂ ਤੁਹਾਡੀ ਜ਼ਿੰਦਗੀ ਆਪ ਤੁਹਾਡੇ ਰੋਲ ਮਾਡਲ ਹੋਣੀ ਚਾਹੀਦੀ ਹੈ। ਵੱਡੀ ਚੀਜ਼ ਇੱਕ ਇਹ ਵੀ ਆ, ਜੇ ਤੁਸੀਂ ਆਪ ਰੋਲ ਮਾਡਲ ਨਹੀਂ ਹੈਗੇ ਤੇ ਬੱਚੇ ਕਿੱਦਾਂ ਤੁਹਾਡੇ ਪਿੱਛੇ ਜਾਣਗੇ? ਤੁਸੀਂ ਆਪ ਵੀ ਆਪਣੇ ਆਪ ਨੂੰ ਕੋਸ਼ਿਸ਼ ਕਰੋ ਕਿ ਕਮ ਸੇ ਕਮ ਤੁਸੀਂ ਆਪਣੀ ਸ਼ਕਲ ਸੂਰਤ ਤੁਸੀਂ ਬਣਾਈ ਰੱਖੋ ਆਪਣੇ ਸਿੱਖੀ ਦੀ, ਜੋ ਕਿ ਸਾਨੂੰ ਪਰਮਾਤਮਾ ਨੇ, ਗੁਰੂ ਗੋਬਿੰਦ ਸਿੰਘ ਨੇ ਸਾਨੂੰ ਜੋ ਵੀ ਉਹਨਾਂ ਨੇ ਸਾਨੂੰ ਬਖਸ਼ੀ ਹੈ। ਮੇਰੇ ਦਿਲ 'ਚ ਇਹ ਗੱਲ ਕਰਾਂ ਅਕਾਲ ਚੱਲਣ ਦੀ, ਦੇਖੋ ਆਪਣਾ ਖੁਦ ਦਾ ਮੀਡੀਆ, ਤੁਹਾਡੀ ਆਵਾਜ਼ 157 ਕੰਟਰੀਜ਼ 'ਚ ਜਾ ਰਹੀ ਹੈ। ਉਮੀਦ ਰੱਖਦਾ ਕਿ ਕਿਸੇ ਨਾ ਕਿਸੇ ਫੈਮਿਲੀ 'ਚ, ਕਿਸੇ ਨਾ ਕਿਸੇ ਬੱਚੇ 'ਚ ਫਰਕ ਪਏਗਾ। ਪ੍ਰੋਗਰਾਮ ਦੇਖ ਕੇ ਉਹਨੂੰ ਅਹਿਸਾਸ ਹੋਏਗਾ ਕਿ ਸਿੱਖਾਂ ਨੇ ਕਿਹੜੀਆਂ ਕੁਰਬਾਨੀਆਂ ਦਿੱਤੀਆਂ ਨੇ। ਜੀ ਬਿਲਕੁਲ ਸਹੀ ਗੱਲ ਆ। ਸੋ ਇਹ ਹੈ ਕਿ ਥੋੜਾ ਸਾਡਾ ਫਰਜ਼ ਬਣਾਉਂਦਾ ਹੈ ਕਿ ਆਪਣੇ ਬੱਚਿਆਂ ਨੂੰ ਵਕਤ ਦੇਈਏ, ਉਹਨਾਂ ਨੂੰ ਆਪਣੇ ਗੁਰੂਆਂ ਦੀਆਂ ਕਹਾਣੀਆਂ ਉਹਨਾਂ ਨੂੰ ਸੁਣਾਈਏ, ਜੋ ਉਹਨਾਂ ਦੀਆਂ ਕੁਰਬਾਨੀਆਂ ਜੋ ਹੋਈਆਂ ਉਹਨਾਂ ਨੂੰ ਦੱਸੀਏ, ਤਾਂ ਕਿ ਉਹਨਾਂ ਦੇ ਦਿਲਾਂ ਵਿੱਚ ਵੀ ਇਸ ਚੀਜ਼ ਨੂੰ ਔਰ ਆਪਣੇ ਆਪ ਨੂੰ ਉਹ ਢਾਲਣ ਦੀ ਕੋਸ਼ਿਸ਼ ਕਰਨ। ਸਿੱਖੀ ਦੇ ਬਹੁਤ ਅੱਛੇ ਅਸੂਲ ਸਾਨੂੰ ਪਰਮਾਤਮਾ ਨੇ, ਕੋਈ ਮਜ਼ਹਬ ਇਹ ਨਹੀਂ ਸਿਖਾਉਂਦਾ ਕਿਸੇ ਨਾਲ ਵੈਰ ਰੱਖਣਾ, ਮਜ਼ਹਬ ਨਹੀਂ ਸਿਖਾਤਾ ਕੋਈ ਕਿਸੇ ਕਿਸਮ ਦਾ ਵੈਰ ਨਹੀਂ ਰੱਖਣ ਦਾ। ਦਿਦਾਰ ਸਿੰਘ ਜੀ, ਮਾਫੀ ਚਾਹਾਂਗਾ, ਟਾਈਮ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਥੋੜੀ ਜਿਹੀ ਬ੍ਰੇਕ ਲੈਂਦੇ ਹਾਂ।
प्लीज़ डोंट गो टू फार। बड़ा अच्छा ददार जी अपना बड़ा सैक्रीफाइस करके शो लेके आए। छोटे ਜਿਹੇ ब्रेक लेके वापस आने हैं जी। सत श्री अकाल। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ ਸ਼ਹਾਦਤ ਬਾਰੇ ਪ੍ਰੋਗਰਾਮ ਕਰ ਰਹੇ ਆਪਣੇ ਸਰਦਾਰ ਦਦਾਰ ਸਿੰਘ ਪਰਦੇਸੀ। ਦੇਖੋ ਕੁਛ ਵੀ ਹੋ ਜਾਏ ਲੋਕਡਾਊਨ ਹੈਗਾ ਲੇਕਿਨ ਅਕਾਲ ਚੈਨਲ ਚੱਲੀ ਜਾਏਗਾ ਇਸੇ ਤਰ੍ਹਾਂ ਆਪਣੀ ਸੇਵਾ 'ਚ ਲੱਗੀ ਹੈ। ਤੇ ਸ਼ਹਾਦਤ ਬਾਰੇ ਗੱਲ ਕਰਦੇ ਮੈਂ ਵਾਪਸ ਦਦਾਰ ਸਿੰਘ ਨਾਲ ਗੱਲ ਕਰਕੇ ਪੂਰਾ ਪ੍ਰੋਗਰਾਮ ਅਸੀਂ ਸਮਾਪਤੀ ਪਾਵਾਂਗੇ ਅੱਧੇ ਘੰਟੇ ਬਾਅਦ। ਦਦਾਰ ਜੀ ਵੈਲਕਮ ਬੈਕ ਟੂ ਦ ਸ਼ੋ। ਹਾਂਜੀ ਹਾਂਜੀ ਪਾਲ ਜੀ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਹੁਣ ਆਪਾਂ ਜਿਵੇਂ ਕਿ ਜ਼ਿਕਰ ਸ਼ੁਰੂ ਹੋਇਆ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ, ਬਿਲਕੁਲ ਸਮਝ ਲਓ ਕਿ 22 ਦਸੰਬਰ ਨੂੰ ਅਜੀਤ ਸਿੰਘ ਜੀ ਤੇ ਜੁਝਾਰ ਸਿੰਘ ਜੀ ਸ਼ਹਾਦਤ ਪਾ ਗਏ। ਉਸ ਤੋਂ ਬਾਅਦ ਫਿਰ ਜਿਹੜਾ 2-3 ਦਿਨ ਜਿਹੜਾ ਆਪਣੇ ਵਜ਼ੀਰ ਖਾਨ ਦੀ ਜਿਹੜੀ ਕਚਹਿਰੀ ਦੇ ਵਿੱਚ ਇਹ ਜਿਹੜਾ ਮਸਲਾ ਚੱਲਦਾ ਰਿਹਾ ਛੋਟੇ ਸਾਹਿਬਜ਼ਾਦਿਆਂ ਦਾ, ਔਰ ਆਪਣੀ ਦਾਦੀ ਮਾਂ ਉਹਨਾਂ ਨੂੰ ਰੋਜ਼ ਸਮਝਾਉਂਦੀ ਰਹੀ ਕਿ ਪੁੱਤਰੋ ਤੁਸੀਂ ਆਪਣੇ ਬਾਪ ਦੇ ਗੌਰਵ ਨੂੰ ਤੁਸੀਂ ਉਹਨੂੰ ਸਦਾ ਬਰਕਰਾਰ ਰੱਖਣਾ, ਤੁਸੀਂ ਆਪਣੇ ਧਰਮ ਤੋਂ ਕਦੇ ਡੋਲਣਾ ਨਹੀਂ। ਔਰ ਇਹ ਆ ਕਿ 2-3 ਦਿਨ ਇਹ ਚੀਜ਼ ਜੋ ਵੀ ਚੱਲਦੀ ਰਹੀ। ਔਰ ਕੋਰਟ ਦੇ ਵਿੱਚ ਉਹਨਾਂ ਨੂੰ ਬੜੇ ਤਰ੍ਹਾਂ ਦੇ ਉਹਨਾਂ ਨੂੰ ਲਾਲਚ ਦਿੱਤੇ ਗਏ ਕਿ ਤੁਸੀਂ ਜਾਨੀ ਜੋ ਵੀ ਮੁਸਲਮਾਨ ਹੋ ਜਾਓ ਤੇ ਤੁਹਾਨੂੰ ਰਾਜ ਭਾਗ ਵੀ ਇੱਥੇ ਦਾ ਦੇ ਦਿਆਂਗੇ, ਤੁਹਾਨੂੰ ਇੱਥੇ ਦਾ ਸਾਰਾ ਰਾਜ ਤੁਸੀਂ ਕਰੋਗੇ। ਆਪਣੀਆਂ ਧੀਆਂ ਦੇ ਨਾਲ ਵੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੀ ਸ਼ਾਦੀ ਉਹ ਕਹਿੰਦਾ ਮੈਂ ਆਪਣੀਆਂ ਧੀਆਂ ਦੇ ਨਾਲ ਤੁਹਾਡੇ ਵੱਡੇ ਹੋਗੇ ਤੁਹਾਡੀ ਸ਼ਾਦੀ ਕਰ ਦਿਆਂਗਾ। ਸੋ ਲੇਕਿਨ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਕਬੂਲ ਨਹੀਂ ਕੀਤਾ ਔਰ ਆਪਣੀਆਂ ਜਾਨਾਂ ਵਾਰ ਦਿੱਤੀਆਂ। ਔਰ ਦਾਦੀ ਮਾਂ ਨੇ ਉਹਨਾਂ ਨੂੰ ਬੜਾ ਸਮਝਾਇਆ ਔਰ ਉਹ ਫਿਰ ਜਾਨੀ ਉਹਨੂੰ ਦੱਸਦੇ ਨੇ। ਮੈਂ ਤੁਹਾਡੇ ਸਾਹਮਣੇ ਪੇਸ਼ ਕਰਨਾ ਚਾਹੁੰਦਾ। ਇਹ ਮੈਂ ਕੱਲ ਬੈਠਾ, ਮੈਂ ਕਿੰਨੀ ਦੇਰ ਮੈਂ ਰੋਂਦਾ ਵੀ ਰਿਹਾ। ਮੈਂ ਜਾਨੀ ਜਦੋਂ ਦਾਦੀ ਮਾਂ ਉਹਨਾਂ ਨੂੰ ਜਾਨੀ ਭੇਜਦੀ ਆ ਤੇ ਉਹ ਜਾਨੀ ਦੋਨੋਂ ਜਿਹੜੇ ਕਿ ਹੰਸਾਂ ਦਾ ਜੋੜਾ ਜਦੋਂ ਤੁਰਿਆ ਆਪਣੀ ਦਾਦੀ ਮਾਂ ਨੂੰ ਜਾਨੀ ਯਕੀਨ ਦਿੰਦਾ ਹੋਇਆ ਕਿ ਤੂੰ ਮਾਂ ਫਿਕਰ ਨਾ ਕਰ, ਅਸੀਂ ਆਪਣੇ ਸਿੱਧਕ ਤੋਂ ਕਦੇ ਡੋਲਾਂਗੇ ਨਹੀਂ। ਸੋ ਤੁਹਾਡੇ ਸਾਹਮਣੇ ਮੈਂ ਉਹ ਪੇਸ਼ ਕਰਦਾ ਜੋ ਮੇਰੇ ਦਿਲ ਨੂੰ ਬਹੁਤ ਜ਼ਿਆਦਾ, ਮੈਂ ਬਹੁਤ ਉਦਾਸ ਹੋ ਜਾਂਦਾ। ਆਈ ਹੋਪ ਆਈ ਕੈਨ ਸਿੰਗ ਇਟ। ਮੈਂ ਵਿੱਚ ਹੀ ਨਾ ਮੈਂ ਕਿਧਰੇ ਜਾਨੀ ਰੋਣ ਨਾ ਲੱਗ ਜਾ। ਹੰਸਾਂ ਦਾ ਜੋੜਾ ਏ, ਹੰਸਾਂ ਦਾ ਜੋੜਾ ਏ, ਓ ਵੇਖੋ ਟੁਰ ਚੱਲਿਆ ਦੇਖੇ ਦਾਦੀ ਨੂੰ ਵਿਛੋੜਾ ਏ, ਓ ਵੇਖੋ ਟੁਰ ਚੱਲਿਆ ਦੇਖੇ ਦਾਦੀ ਨੂੰ ਵਿਛੋੜਾ ਏ, ਓ ਵੇਖੋ ਟੁਰ ਚੱਲਿਆ। ਕੀ ਤੱਕੋ ਰਾਜ ਰੱਜ ਮੂਰਤਾਂ ਨੂੰ, ਤੱਕੋ ਰੱਜ ਮੂਰਤਾਂ ਨੂੰ, ਕੀ ਤਸੀਹੇ ਦੇਣਗੇ ਨਾ ਸੋਲ ਜਈਆਂ ਸੂਰਤਾਂ ਨੂੰ, ਕੀ ਸੁਨੇਹੇ ਦੇਣਗੇ, ਕੀ ਤਸੀਹੇ ਦੇਣਗੇ ਨਾ ਸੋਲ ਜਈਆਂ ਸੂਰਤਾਂ ਨੂੰ, ਕੀ ਤਸੀਹੇ ਦੇਣਗੇ। ਦੋਵੇਂ ਹੱਸਦੇ ਜਾਂਦੇ ਨੇ,
ਦੋਵੇਂ ਹੱਸਦੇ ਜਾਂਦੇ ਨੇ ਧਰਮੋਂ ਨਾ ਹਾਰਾਂਗੇ ਹੋ ਦੱਸਦੇ ਜਾਂਦੇ ਨੇ ਧਰਮੋਂ ਨਾ ਹਾਰਾਂਗੇ ਹੋ ਦੱਸਦੇ ਜਾਂਦੇ ਨੇ ਧਰਮੋਂ ਨਾ ਹਾਰਾਂਗੇ। ਇੱਕੋ ਰੱਬ ਦਾ ਸਹਾਰਾ ਏ ਇੱਕੋ ਰੱਬ ਦਾ ਸਹਾਰਾ ਏ ਆਪਣੀ ਜਿੰਦ ਨਾਲੋਂ ਸਿੱਖੀ ਸਿਦਕ ਪਿਆਰਾ ਏ ਆਪਣੀ ਜਿੰਦ ਨਾਲੋਂ ਸਿੱਖੀ ਸਿਦਕ ਪਿਆਰਾ ਏ ਆਪਣੀ ਜਿੰਦ ਨਾਲੋਂ। ਮੌਤ ਹੱਸ ਹੱਸ ਵਰਲਾਂਗੇ ਮੌਤ ਹੱਸ ਹੱਸ ਵਰਲਾਂਗੇ ਜਿਹੜੇ ਵੀ ਤਸੀਹੇ ਦੇਣਗੇ ਨੀ ਮਾਏ ਹੱਸ ਹੱਸ ਜਰਲਾਂਗੇ ਜਿਹੜੇ ਵੀ ਤਸੀਹੇ ਦੇਣਗੇ ਨੀ ਮਾਏ ਹੱਸ ਹੱਸ ਜਰਲਾਂਗੇ ਜਿਹੜੇ ਵੀ ਤਸੀਹੇ ਦੇਣਗੇ। ਸੋ ਮਾਂ ਆਪਣੀ ਦਾਦੀ ਮਾਂ ਨੂੰ ਕਹਿੰਦੇ ਕਿ ਫਿਕਰ ਨਾ ਕਰ ਜਿਹੜੇ ਵੀ ਤਸੀਹੇ ਸਨ ਡੇਢ ਕੇ ਅਸੀਂ ਜਰ ਲਾਂਗੇ। ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਸਾਡੇ ਵਾਸਤੇ ਸਾਡੇ ਧਰਮ ਦੇ ਵਾਸਤੇ। ਕੋਈ ਮੇਰੇ ਵਰਗਾ ਮੁੜ ਕੇ ਉਹਨਾਂ ਦੀਵਾਰਾਂ ਨੂੰ ਦੇਖਣ ਗਿਆ ਉਸਨੇ ਫਿਰ ਉਸ ਸਰਹੰਦ ਦੀ ਦੀਵਾਰ ਅੱਜ ਕੱਲ੍ਹ ਪਤਾ ਨਹੀਂ ਹੈਗੀ ਕਿ ਨਹੀਂ ਇਹਨਾਂ ਨੇ ਖਰੇ ਕੀ ਦਾ ਕੀ ਕਰਤਾ ਉਹ ਕਮ ਸੇ ਕਮ ਉਹ ਯਾਦਗਾਰ ਹੀ ਰੱਖਦੇ ਉਹਦੀਆਂ ਇੱਟਾਂ ਤੇ ਪਰ ਹੁਣ ਉੱਥੇ ਪਤਾ ਨਹੀਂ ਕੀ ਬਣਾਇਆ ਹੋਵੇ ਮੇਰਾ ਵੀ ਮੇਰੇ ਤੋਂ ਯਾਦ ਨਹੀਂ ਹੋਇਆ ਹਾਲੇ ਤਾਈਂ ਸਰਹੰਦ ਦੀਆਂ ਦੀਵਾਰਾਂ ਜਿੱਥੇ ਹੋਈਆਂ। ਹਾਂਜੀ ਸੋ ਇਹ ਆ ਕਿ ਸਰਹੰਦ ਦੀ ਦੀਵਾਰ ਦੇ ਨਾਲ ਮੁਖਾਤਬ ਆ ਸ਼ਾਇਰ ਜਿਹੜਾ ਉਹ ਆਪਣੇ ਖਿਆਲ ਲਿਖਦੇ ਨੇ। ਸੋ ਤੁਹਾਡੇ ਸਾਹਮਣੇ ਸਰਹੰਦ ਦੀਵਾਰੇ ਸਰਹੰਦ ਦੀਵਾਰੇ ਨੀ ਕਲਗੀਆਂ ਵਾਲੇ ਦੇ ਕਿੱਥੇ ਲਾਲ ਪਿਆਰੇ ਨੀ ਕਲਗੀਆਂ ਵਾਲੇ ਦੇ ਕਿੱਥੇ ਲਾਲ ਪਿਆਰੇ ਨੀ ਕਲਗੀਆਂ ਵਾਲੇ ਦੇ। ਕੀ ਪੁੱਛਣਾ ਦੀਵਾਰ ਜਵਾਬ ਦਿੰਦੀ ਹੈ ਕੀ ਪੁੱਛਣਾ ਨਿਮਾਣੀ ਨੂੰ ਕੀ ਪੁੱਛਣਾ ਨਿਮਾਣੀ ਨੂੰ ਦੁਨੀਆ ਜਾਣਦੀ ਏਸ ਦਰਦ ਕਹਾਣੀ ਨੂੰ ਦੁਨੀਆ ਜਾਣਦੀ ਏਸ ਦਰਦ ਕਹਾਣੀ ਨੂੰ ਦੁਨੀਆ ਜਾਣਦੀ ਏ। ਕੋਈ ਗੱਲ ਨਾ ਲੁਕਾਵੀਂ ਨੀ ਕੋਈ ਗੱਲ ਨਾ ਲੁਕਾਵੀਂ ਨੀ ਜੋ ਹੋਈ ਇਸ ਥਾਂ ਤੇ ਸਭ ਖੋਲ ਸੁਣਾਵੀਂ ਨੀ ਜੋ ਹੋਈ ਇਸ ਥਾਂ ਤੇ। ਗੰਗੂ ਜ਼ੁਲਮ ਕਮਾਇਆ ਸੀ ਗੰਗੂ ਜ਼ੁਲਮ ਕਮਾਇਆ
ਸੀ ਦਾਦੀ ਅਤੇ ਪੋਤਿਆਂ ਨੂੰ ਵਸ ਵੈਰੀਆਂ ਪਾਇਆ ਸੀ ਦਾਦੀ ਅਤੇ ਪੋਤਿਆਂ ਨੂੰ ਵਸ ਵੈਰੀਆਂ ਪਾਇਆ ਸੀ ਦਾਦੀ ਅਤੇ ਪੋਤਿਆਂ ਨੂੰ। ਤੈਨੂੰ ਤਰਸ ਨਾ ਆਇਆ ਨੀ ਤੈਨੂੰ ਤਰਸ ਨਾ ਆਇਆ ਨੀ ਛੋਟੇ ਛੋਟੇ ਲਾਲਾਂ ਤੇ ਤੂੰ ਕਿਉਂ ਜ਼ੁਲਮ ਕਮਾਇਆ ਨੀ ਛੋਟੇ ਛੋਟੇ ਲਾਲਾਂ ਤੇ ਤੂੰ ਕਿਉਂ ਜ਼ੁਲਮ ਕਮਾਇਆ ਨੀ ਛੋਟੇ ਛੋਟੇ ਲਾਲਾਂ ਤੇ। ਦੀਵਾਰ ਜਵਾਬ ਦਿੰਦੀ ਹੈ, ਮੈਂ ਤਾਂ ਬੜੀ ਕੁਰਲਾਈ ਵੇ ਮੈਂ ਤਾਂ ਬੜੀ ਕੁਰਲਾਈ ਵੇ ਪਾਪੀ ਹੱਤਿਆਰਿਆਂ ਨੇ ਉਹ ਪਾਪੀ ਹੱਤਿਆਰਿਆਂ ਨੇ ਮੇਰੀ ਸੁਣੀ ਨਾ ਦੁਹਾਈ ਵੇ ਪਾਪੀ ਹੱਤਿਆਰਿਆਂ ਨੇ ਮੇਰੀ ਸੁਣੀ ਨਾ ਦੁਹਾਈ ਵੇ ਪਾਪੀ ਹੱਤਿਆਰਿਆਂ ਨੇ। ਸੋ ਇਹ ਆਪਣੇ ਖਿਆਲ ਹੁੰਦੇ ਨੇ ਸ਼ਾਇਰਾਂ ਦੇ। ਸੋ ਉਹਦੇ ਦਿਲ ਦੀਆਂ ਜੋ ਗੱਲਾਂ ਸੀ ਦੀਵਾਰ ਨਾਲ ਕਰਕੇ ਆਇਆ ਉਹ। ਸੋ ਮੈਂ ਕੁਛ ਆਪਣੇ ਵੱਲੋਂ ਲਿਖਿਆ ਸੀ ਲਲਕਾਰ ਦੇ, ਜਿਹੜੇ ਕਿ ਲਲਕਾਰਾਂ ਮਾਰਦੇ ਗਏ ਨੇ ਚਾਰੇ ਸਾਹਿਬਜ਼ਾਦੇ। ਪੁੱਤਰ ਗੁਰੂ ਗੋਬਿੰਦ ਦੇ ਪੁੱਤਰ ਗੁਰੂ ਗੋਬਿੰਦ ਦੇ ਹਨ ਸਭ ਤੋਂ ਨਿਆਰੇ ਪੁੱਤਰ ਗੁਰੂ ਗੋਬਿੰਦ ਦੇ ਹਨ ਸਭ ਤੋਂ ਨਿਆਰੇ ਲਾੜੀ ਮੌਤ ਦੇ ਸਾਹਮਣੇ ਮਾਰਨ ਲਲਕਾਰੇ ਜੰਗ 'ਚ ਦੱਸੇ ਵੈਰੀਆਂ ਨੂੰ ਹੱਥ ਕਰਾਰੇ। ਵੱਡੇ ਸਾਹਿਬਜ਼ਾਦਿਆਂ ਨੇ ਜੰਗ 'ਚ ਦੱਸੇ ਵੈਰੀਆਂ ਨੂੰ ਹੱਥ ਕਰਾਰੇ ਇੱਕ ਇੱਕ ਯੋਧੇ ਵੀਰ ਨੇ ਲੱਖਾਂ ਹੀ ਮਾਰੇ। ਅੱਗੇ ਹੈ ਕਿ ਕਿੱਡਾ ਜ਼ੁਲਮ ਕਮਾ ਲਿਆ ਗੰਗੂ ਹਤਿਆਰੇ ਲੂਣ ਹਰਾਮੀ ਕਰ ਗਿਆ। ਇਹ ਬਵਰਚੀ ਸੀ ਜਾਣੀ ਕਿ ਇਹ ਜਾਣੀ ਕਰਦਾ ਉਹਨੇ ਜੋ ਦਗੇ ਕੀਤੇ ਲੂਣ ਹਰਾਮ ਕਰ ਗਿਆ ਲੂਣ ਹਰਾਮੀ ਕਰ ਗਿਆ ਇਹ ਕਰਕੇ ਕਾਰੇ ਕਿੱਡਾ ਜ਼ੁਲਮ ਕਮਾ ਲਿਆ ਗੰਗੂ ਹਤਿਆਰੇ ਲੂਣ ਹਰਾਮੀ ਕਰ ਗਿਆ ਇਹ ਕਰਕੇ ਕਾਰੇ ਦਿੱਤੇ ਜਾਬਰ ਜ਼ਾਲਮਾਂ ਨੇ ਦੁਖੜੇ ਭਾਰੇ ਪਰ ਉਹ ਕਦੀ ਨਾ ਸਾਹਮਣੇ ਇਹਨਾਂ ਦੇ ਹਾਰੇ। ਉਹ ਚਾਰੇ ਸਾਹਿਬਜ਼ਾਦੇ ਇਹਨਾਂ ਦੇ ਸਾਹਮਣੇ ਨਹੀਂ ਹਾਰੇ। ਉਹ ਖੜ ਕੇ ਨੀਹਾਂ ਵਿੱਚ ਧਰਮ ਦੇ ਮਹਿਲ ਉਸਾਰੇ। ਆਪਣੇ ਇਸ ਮਹਿਲ ਦੇ ਵਿੱਚ ਉਹਨਾਂ ਆਪਣੀਆਂ ਲਾਸ਼ਾਂ ਰੱਖ ਦਿੱਤੀਆਂ। ਉਹਨਾਂ ਜਾਣੀ ਨੀਹਾਂ ਦੇ ਵਿੱਚ ਖੜ ਕੇ ਨੀਹਾਂ ਵਿੱਚ ਧਰਮ ਦੇ ਮਹਿਲ ਉਸਾਰੇ ਸਦਾ ਚਮਕਦੇ ਰਹਿਣਗੇ ਇਹ ਮਹਿਲ ਮੁਨਾਰੇ। ਅੱਗੇ ਪਿੱਛੇ ਟੁਰ ਗਏ ਇਹ ਵੀਰੇ ਚਾਰੇ ਅੱਗੇ ਪਿੱਛੇ ਟੁਰ ਗਏ ਇਹ ਵੀਰ ਪਿਆਰੇ ਮੌਤ ਵਿਆਹ ਕੇ ਲੈ ਗਏ ਇਹ ਵੀਰੇ ਚਾਰੇ ਚਾਰੇ ਮੌਤ ਨੂੰ ਵਿਆਹ ਕੇ ਲੈ ਗਏ। ਅੱਗੇ ਪਿੱਛੇ ਟੁਰ ਗਏ ਇਹ ਵੀਰ ਪਿਆਰੇ ਮੌਤ ਵਿਆਹ ਕੇ ਲੈ ਗਏ ਇਹ ਵੀਰੇ ਚਾਰੇ ਵਿੱਚ ਅਸਮਾਨੀ ਚਮਕਦੇ ਇਹ ਵਾਂਗ ਸਿਤਾਰੇ ਸਦਾ ਚਮਕਦੇ ਰਹਿਣਗੇ। ਵਿੱਚ ਅਸਮਾਨੀ ਚਮਕਦੇ ਇਹ ਵਾਂਗ ਸਿਤਾਰੇ ਕਦੇ ਨਾ ਇਹ ਕੁਰਬਾਨੀਆਂ ਭੁੱਲਣਗੇ ਸਾਰੇ। ਅਸੀਂ ਕਦੇ ਇਹ ਕੁਰਬਾਨੀਆਂ ਭੁੱਲ ਨਹੀਂ ਸਕਦੇ। ਆਖਰੀ ਦੁਨੀਆ ਤਾਈਂ ਇਹ ਕੁਰਬਾਨੀਆਂ ਯਾਦ ਰਹਿਣਗੀਆਂ। ਸੋ ਇਹ ਹੈ ਕਿ ਸਿੱਖੀ ਵਾਸਤੇ ਕੁਰਬਾਨੀਆਂ ਇੰਨੀਆਂ ਕੁਰਬਾਨੀਆਂ ਰੱਬ ਨੇ ਸਾਡੇ ਹਿੱਸੇ ਵਿੱਚ ਰੱਖ ਦਿੱਤੀਆਂ ਔਰ ਹਲੇ ਤਾਈਂ ਸਾਨੂੰ ਨਹੀਂ ਸਮਝ ਆਉਂਦੀ ਕਿ ਸਾਡੇ ਵਾਸਤੇ ਅਸੀਂ ਮੰਗਦੇ
ਮੰਗਤੇ ਬਣ ਗਏ ਸਾਂ ਅਸੀਂ ਮੰਗ ਕੇ ਵੀ ਚੀਜ਼ਾਂ ਲਈ ਸਾਨੂੰ ਨਹੀਂ ਮਿਲਦੀਆਂ। ਸੋ ਸ਼ਹੀਦਾਂ ਦੀ ਇੱਕ ਦਾਸਤਾਨ ਹੈ ਮੇਰੇ ਯਾਨੀ ਆਪਣੇ ਬਹੁਤ ਮੇਰੇ ਪਿਆਰੇ ਦੋਸਤ ਸੀ ਮਹਾਕਵੀ ਬਰਕਤ, ਜਿਨ੍ਹਾਂ ਦੀਆਂ ਬਹੁਤ ਸਾਰੀਆਂ ਮੈਂ ਚੀਜ਼ਾਂ ਮੈਂ ਲਿਖੀਆਂ ਨੇ, ਪੜ੍ਹੀਆਂ ਨੇ, ਤੇ ਉਹਨਾਂ ਦੀਆਂ ਲਿਖੀ ਸ਼ਹੀਦੀਆਂ ਜਿਹੜੀਆਂ ਹੋਈਆਂ ਆਪਣੇ ਸਿੱਖ ਇਤਿਹਾਸ ਦੇ ਵਿੱਚ, ਤੇ ਉਹਨਾਂ ਦੀ ਕੁਝ ਲਾਈਨਾਂ ਮੈਂ ਤੁਹਾਡੇ ਸਾਹਮਣੇ ਪੇਸ਼ ਕਰਦਾ ਮੈਂ। ਬਿਲਕੁਲ। ਟੰਗ ਟੰਗ ਤੋਂ ਟੰਗ ਲੈ ਸੋਲੀਆਂ ਤੇ ਅੰਗ ਅੰਗ ਤੋਂ ਚੀਰ ਲੈ ਆਰਿਆਂ ਨਾਲ, ਪੱਛੀ ਲੈ ਕੇ ਪਛ ਲੈ ਪਛ ਸਾਡੇ, ਗਲਾ ਕੱਟ ਕਟਲੀ ਕਟਾਰੀਆਂ ਨਾਲ, ਸੀ ਮੂੰਹ ਲੈ ਮੂੰਹੋਂ ਨਾ ਸੀ ਨਿਕਲੇ, ਸੀ ਮੂੰਹ ਲੈ ਸੀ ਮੂੰਹੋਂ ਨਾ ਸੀ ਨਿਕਲੇ, ਸੀਨਾ ਵਿੰਨ ਲੈ ਤੇ ਗਾਂ ਦੋ ਥਾਰੀਆਂ ਨਾਲ, ਸਿੱਖ ਧਰਮ ਦੇ ਮਹਿਲ ਬਣਾਉਣ ਖਾਤਰ ਪੀਪੂ ਬਣਾਂਗੇ ਇੱਟਾਂ ਪਿਆਰੀਆਂ ਨਾਲ, ਬਿੰਦ ਬਿੰਦ ਗੋਬਿੰਦ ਦੀ ਬਿੰਦ ਹੈ, ਜਾਨਾ ਤੇਗ ਦੇ ਉੱਪਰੋਂ ਵਾਰੀਆਂ ਨੇ, ਕਦੇ ਧਰਮ ਨੂੰ ਆਂਚ ਨਾ ਆਉਣ ਦਿੱਤੀ, ਸਈਆਂ ਸਿਰਾਂ ਤੇ ਸਿੰਘਾਂ ਨੇ ਆਰੀਆਂ ਨੇ, ਕਦੇ ਧਰਮ ਨੂੰ ਆਂਚ ਨਾ ਆਉਣ ਦਿੱਤੀ, ਸਈਆਂ ਸਿਰਾਂ ਤੇ ਸਿੰਘਾਂ ਨੇ ਆਰੀਆਂ ਨੇ। ਸੋ ਅਸੀਂ ਆਪਣੇ ਧਰਮ ਵਾਸਤੇ ਨਹੀਂ ਜਾਨਾਂ ਦਿੱਤੀਆਂ, ਅਸੀਂ ਦੂਸਰੇ ਧਰਮਾਂ ਦੇ ਵਾਸਤੇ ਵੀ ਆਪਣੇ ਆਪ ਨੂੰ ਅਸੀਂ ਕੁਰਬਾਨ ਕੀਤਾ ਹੈ। ਸੋ ਜਦੋਂ ਚਾਰਾਂ ਸਾਹਿਬਜ਼ਾਦਿਆਂ ਨੂੰ ਲੱਭਦੀਆਂ ਫਿਰਦੀਆਂ ਮਾਵਾਂ ਸਾਹਿਬ ਕੌਰ ਜੀ ਤੇ ਮਾਤਾ ਸੁੰਦਰੀ ਜੀ ਗੁਰੂ ਮਹਾਰਾਜ ਦੇ ਹਜ਼ੂਰ ਵਿੱਚ ਆਈਆਂ, ਤੇ ਉਹਨਾਂ ਨੇ ਪੁੱਛਿਆ ਕਿ ਸਾਡੇ ਲਾਲ ਕਿੱਥੇ ਨੇ ਮੇਰੇ। ਸਾਹਿਬ ਕੌਰ ਜੀ ਥੇ ਮਾਤਾ, ਸਾਹਿਬ ਕੌਰ ਜੀ ਥੇ ਮਾਤਾ ਸੁੰਦਰੀ ਜੀ, ਖੜੀਆਂ ਪਤੀ ਨੂੰ ਸੀਸ ਝੁਕਾ ਰਹੀਆਂ, ਹੱਥ ਜੋੜੇ ਪੁੱਛਣ ਹੈ ਸਾਹਿਬ ਸੱਚੇ ਜਿੰਦਾ ਪਿਆਰੀਆਂ ਨਜ਼ਰ ਨਹੀਂ ਆ ਰਹੀਆਂ, ਕਿੱਥੇ ਲਾਲ ਚਾਰੇ ਤੇ ਕਿੱਥੇ ਬਿਰਧ ਮਾਤਾ, ਦਿਸਣ ਕਿਥੇ ਨਾ ਨਜ਼ਰ ਦੌੜਾ ਰਹੀਆਂ, ਤੁਸੀਂ ਪਤੀ ਪਰਮੇਸ਼ਵਰ ਦਾ ਰੂਪ ਸੁਆਮੀ ਖੋਲੋ ਭੇਤ ਜਿੰਦਾ ਗੋਤੇ ਖਾ ਰਹੀਆਂ। ਤੇ ਸਤਿਗੁਰ ਜਵਾਬ ਦਿੰਦੇ ਨੇ, ਸਿੰਘਾਂ ਵੱਲ ਕਰ ਹੱਥ, ਸਿੰਘਾਂ ਵੱਲ ਕਰ ਹੱਥ, ਦਸਮੇਸ਼ ਬੋਲੇ,
क्यों हौसले ठाले ने ਉਹਨਾਂ ਚੌਹਾਂ ਦੇ ਬਦਲੇ ਅੱਜ ਵੇਖੋ ਮੈਂ ਤਾਂ ਲੱਖਾਂ ਸਪੁੱਤਰ ਹੀ ਪਾਲੇ ਨੇ ਉਹਨਾਂ ਚੌਹਾਂ ਦੇ ਬਦਲੇ ਅੱਜ ਵੇਖੋ ਮੈਂ ਤਾਂ ਲੱਖਾਂ ਸਪੁੱਤਰ ਹੀ ਪਾਲੇ ਨੇ ਸੋ ਉਹਨਾਂ ਨੇ ਆਪਣੇ ਪੁੱਤਰ ਵਾਰ ਕੇ ਸਾਨੂੰ ਸੁਪੁੱਤਰ ਬਣਾਇਆ ਹੈ ਆਪਣੇ ਪੁੱਤਰ ਵਾਰ ਕੇ ਉਹਨਾਂ ਨੇ ਸੁਪੁੱਤਰ ਬਣਾਇਆ ਹੈ ਉਹਨਾਂ ਨੇ ਹੰਝੂ ਨਹੀਂ ਖੇਰਿਆ ਆਪਣੀਆਂ ਅੱਖਾਂ ਤੋਂ ਸਾਡੀਆਂ ਅੱਖਾਂ ਚ ਹੰਝੂ ਆ ਜਾਂਦੇ ਉਹ ਦਾਸਤਾਨਾਂ ਉਹਨਾਂ ਦੀਆਂ ਸੁਣ ਕੇ ਲੇਕਿਨ ਪਤਾ ਨਹੀਂ ਕਿਹੋ ਜਿਹਾ ਦਿਲ ਉਹਨਾਂ ਨੂੰ ਪ੍ਰਮਾਤਮਾ ਨੇ ਬਖਸ਼ਿਆ ਸੀ ਉਹ ਇੰਨਾ ਜ਼ੁਲਮ ਸਹਾਰ ਕੇ ਗਏ ਨੇ ਮੈਂ ਉਹਨਾਂ ਦੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਜੇ ਦੇਖੀਏ ਨਜ਼ਰ ਮਾਰੀਏ ਤੇ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਦੇ ਵੀ ਉਹਨਾਂ ਨੇ ਕੋਈ ਆਰਾਮ ਜ਼ਿੰਦਗੀ ਵਿੱਚ ਕੀਤਾ ਹੋਏਗਾ ਔਰ ਕੀ ਕਰ ਗਏ ਉਸ ਆਪਣੀ ਜ਼ਿੰਦਗੀ ਵਿੱਚ ਸਾਡੇ ਵਾਸਤੇ ਕਿੰਨੀ ਬਾਣੀ ਨੂੰ ਖੋਜਿਆ ਉਹਨਾਂ ਨੇ ਕੀ ਕੁਝ ਨਹੀਂ ਕੀਤਾ ਇੱਕ ਨਵੀਂ ਨੇਸ਼ਨ ਪੈਦਾ ਕਰ ਦਿੱਤੀ ਜਿਹੜੀ ਕਿ ਕਦੇ ਛੁਪੀ ਨਹੀਂ ਰਹਿੰਦੀ ਉਹਦੀ ਹਰ ਜਗ੍ਹਾ ਸਾਡੀ ਇਸ ਵੇਲੇ ਆਪਣੇ ਸਿੱਖਾਂ ਦੀ ਹਰ ਪਾਸੇ ਹੀ ਧੁੰਮ ਹੈ ਇਸ ਵੇਲੇ ਦੁਨੀਆ ਦੇ ਵਿੱਚ ਕਿਸੇ ਮੁਲਕ ਦੇ ਵਿੱਚ ਵੀ ਚਲੇ ਜਾਓ ਸਿੱਖਾਂ ਦੀ ਬੱਲੇ ਬੱਲੇ ਹੈ ਪਰਮਾਤਮਾ ਸਾਨੂੰ ਇਹ ਜਿਹੜੀ ਇਹ ਕਿਰਪਾ ਹੈ ਪਰਮਾਤਮਾ ਦੀ ਸਾਡੇ ਸਿਰ ਤੇ ਸਦਾ ਅਸੀਂ ਕਦੇ ਵੀ ਡੋਲਣ ਵਾਲੇ ਨਹੀਂ ਡੋਲੋ ਨਾ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਦੁੱਖ ਸੁੱਖ ਜ਼ਿੰਦਗੀ ਦੇ ਆਉਂਦੇ ਜਾਂਦੇ ਆ ਦੁੱਖਾਂ ਨੂੰ ਕੋਈ ਗੱਲ ਨਹੀਂ ਸਦਾ ਦੁੱਖ ਨਹੀਂ ਰਹਿੰਦੇ ਸਦਾ ਸੁੱਖ ਨਹੀਂ ਰਹਿੰਦੇ ਕਦੇ ਸੁੱਖ ਜੇ ਦੁੱਖ ਵੀ ਆਂਦਾ ਤੁਹਾਨੂੰ ਬਰਦਾਸ਼ਤ ਕਰੋ ਹੁਣ ਕੋਸ਼ਿਸ਼ ਕਰੋ ਅਸੀਂ ਉਸ ਨੂੰ ਆਪਾਂ ਬਰਦਾਸ਼ਤ ਕਰ ਸਕੀਏ ਦਿਦਾਰ ਸਿੰਘ ਜੀ ਦੇਖੋ ਜਦੋਂ ਬੱਚੇ ਦੇ ਕੋਈ ਚੋਟ ਲੱਗਦੀ ਹੈ ਖਲੋਟ ਲੱਗਦੀ ਹੈ ਮਾਂ ਪਿਓ ਦੀ ਜਾਨ ਨਿਕਲ ਜਾਂਦੀ ਹੈ ਇੱਕਦਮ ਸਾਹ ਰੁਕ ਜਾਂਦਾ ਕਿ ਪਤਾ ਨਹੀਂ ਬੱਚੇ ਨੂੰ ਕੀ ਤਕਲੀਫ ਹੋਈ ਹੈ ਇਹ 500 ਸਾਲ ਦੀ ਗੱਲ ਹੈਗੀ ਹੈ ਅੱਜ ਵੀ ਇਹ ਦਿਮਾਗਾਂ 'ਚ ਸਾਡੇ ਅਗਰ ਤੁਸੀਂ ਸਮਝੋ ਬਿਲਕੁਲ ਤਾਜ਼ਾ ਇੱਦਾਂ ਲੱਗਦਾ ਕਿ ਕੱਲ੍ਹ ਦੀ ਗੱਲ ਹੈ ਅਸੀਂ ਸਾਡੇ ਮਾਪਿਓ ਜਦੋਂ ਪੂਰੇ ਹੋਏ ਨੇ ਉਹ ਵਕਤ ਉਹ ਦਿਨ ਉਹ ਟਾਈਮ ਅਸੀਂ ਕਦੇ ਨਹੀਂ ਭੁੱਲਦੇ ਤੇ ਇਹ ਅਸੀਂ ਜੋ ਗੁਰੂਆਂ ਦੀ ਸ਼ਹਾਦਤ ਹੈ ਅਸੀਂ ਕਿੱਦਾਂ ਆਪਣੇ ਦਿਮਾਗ 'ਚੋਂ ਕੱਢ ਸਕਦੇ ਹਾਂ ਇਸੇ ਕਰਕੇ ਜੋ ਅੱਜ ਪ੍ਰੋਗਰਾਮ ਰੱਖਿਆ ਗਿਆ ਦਿਦਾਰ ਸਿੰਘ ਨੇ ਬੜੀ ਐਫਰਟ ਕਰਕੇ ਜਦੋਂ ਅਸੀਂ ਦੱਸਿਆ ਕਿ ਦਿਦਾਰ ਸਿੰਘ ਨੂੰ ਅਸੀਂ ਸ਼ੋਅ ਕਰਨਾ ਹੈ ਉਹ ਸਾਰੀ ਰਾਤ ਨਹੀਂ ਸੁੱਤੇ ਸ਼ੋਅ ਤੋਂ ਪਹਿਲਾਂ ਅਸੀਂ ਗੱਲਬਾਤ ਕੀਤੀ ਬੜਾ ਰੋਂਦੇ ਰਹੇ ਸਾਰੀ ਰਾਤ ਆਪਣੇ ਪੁੱਤਰ ਦੇ ਨਾਲ ਗੱਲਬਾਤ ਕਰਕੇ ਰਾਜੂ ਦੇ ਨਾਲ ਤੇ ਰੋਂਟੇ ਖੜੇ ਹੋ ਜਾਂਦੇ ਨੇ ਕਿ ਉਹ ਗੁਰੂ ਦੇ ਅੱਖਾਂ ਦੇ ਆਂਸੂ ਨਹੀਂ ਆਏ ਕਿ ਜਦੋਂ ਉਹਨਾਂ ਨੇ ਬੱਚਿਆਂ ਦੀ ਸ਼ਹਾਦਤਾਂ ਦਿੱਤੀਆਂ ਨੇ ਇਹੀ ਸਾਡਾ ਸਬਕ ਹੈਗਾ ਜਦੋਂ ਸਾਡੇ ਬੱਚੇ ਕਹਿੰਦੇ ਦਿਦਾਰ ਸਿੰਘ ਜੀ ਕਿ ਕ੍ਰਿਸਮਸ ਦਾ ਟਾਈਮ ਹੈਗਾ ਅਸੀਂ ਇਹ ਤਿਉਹਾਰ ਮਨਾਉਣਾ ਉਹ ਮਨਾਉਣਾ ਬੱਚਿਆਂ ਨੂੰ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਫਿਰ ਉਹ ਖੁਦ ਡਿਸਾਈਡ ਕਰ ਸਕਦੇ ਨੇ ਕਿ ਹਾਂ ਸਾਡੇ ਲਈ ਕੀ ਜ਼ਰੂਰੀ ਦੁਨੀਆ ਦੇ ਵਿੱਚ ਕੀ ਸਾਨੂੰ ਕਰਨਾ ਚਾਹੀਦਾ ਕਿ ਨਹੀਂ ਪਾਲ ਜੀ ਸਾਡੇ ਪਾਸ ਦਿਦਾਰ ਜੀ ਸਿਰਫ 1.5 ਮਿੰਟ ਰਹਿੰਦਾ ਤੁਸੀਂ 1.5 ਮਿੰਟ ਕੀ ਕਹਿਣਾ ਚਾਹੋਗੇ ਪਾਲ ਜੀ ਮੈਂ ਤੁਸੀਂ ਦੇਖੋ ਮੇਰੇ ਬੇਟੇ ਦਾ ਮੇਰਾ ਇੱਕੋ ਹੀ ਪੁੱਤਰ ਮੇਰਾ ਜਦੋਂ ਪੈਦਾ ਹੋਇਆ ਸਭ ਕੁछ खुदा से मांग लिया तुझको मांग कर उठते नहीं है हाथ मेरे इस दुआ के बाद मेरे पुत्र राजू वर्गा पुत्र हर एक ਨੂੰ ਪਰਮਾਤਮਾ ਦਏ ਕੀ ਬਾਤ ਹੈ ਦੇਖੋ ਇਹਦਾ ਜਨਮ 23 ਦਸੰਬਰ ਦਾ ਆਇਆ ਇਹਦਾ ਅਸੀਂ ਜਨਮ ਦਿਨ ਵੀ ਅਸੀਂ ਉਹਨਾਂ ਦਿਨਾਂ 'ਚ ਨਾ ਕਿਸੇ ਵੇਲੇ ਦਿਲ ਨਹੀਂ ਕਰਦਾ ਬਣਾਉਣ ਨੂੰ ਕੁਛ ਵੀ ਬਿਲਕੁਲ ਉਹ ਫਿਰ ਨਵੇਂ ਸਾਲ ਦੇ ਵਿੱਚ ਜਾ ਕੇ ਜਨ ਚਲੋ ਵੀ ਕਿਸ ਤਰ੍ਹਾਂ ਕਰ ਲੈਂਦਾ ਯਾਨੀ ਇਹ ਜਿਹੜਾ ਹਫਤਾ ਜਿਹੜਾ ਹੈਗਾ ਨਾ ਇੰਨਾ ਯਾਨੀ ਦਰਦਨਾਕ ਉਹ ਯਾਨੀ ਸ਼ਹਾਦਤਾਂ ਸਾਡੀਆਂ ਉਹਨਾਂ ਬੱਚਿਆਂ ਦੀਆਂ ਹੋਈਆਂ ਸਾਡਾ ਕੁਛ ਵੀ ਜਾਣੀ ਉੱਥੇ ਢੋਲ ਧਮਕੇ ਕਰਨ ਨੂੰ ਕੋਈ ਦਿਲ ਨਹੀਂ ਕਰਦਾ ਕਿਸੇ ਗੱਲ ਦਾ ਦਿਦਾਰ ਸਿੰਘ ਜੀ ਅੱਜ ਮੰਡੇ 21 ਤਰੀਕ ਹੈਗੀ ਹੈ ਇਹ ਪ੍ਰੋਗਰਾਮ ਡੈਡੀਕੇਟ ਕੀਤਾ ਗਿਆ ਸ਼ਹਾਦਤ ਨੂੰ ਬੜੀ ਕਿਸਮਤ ਵਾਲਿਆਂ ਕਿ ਬੜੇ ਟਾਈਮ ਸਿਰ ਇੱਕ ਦਿਨ ਪਹਿਲਾਂ ਇਹ ਪ੍ਰੋਗਰਾਮ ਸੀ ਮੇਰਾ ਮੰਡੇ ਵਾਲੇ ਦਿਨ ਤੇ ਤੁਹਾਡਾ ਮੈਂ ਸ਼ੁਕਰਾਨਾ ਕਰਦੇ ਹੋਏ ਦਿਦਾਰ ਜੀ ਬਿਲਕੁਲ 30 ਸੈਕਿੰਡ ਅੰਦਰ ਹੀ ਮੈਂ ਤੁਹਾਡਾ ਸ਼ੁਕਰਾਨਾ ਕਰਾਂਗਾ ਕਿ ਤੁਸੀਂ ਬੜੀ ਹਿੰਮਤ ਕਰਕੇ ਤੁਹਾਡੀ ਤਬੀਅਤ ਠੀਕ ਨਹੀਂ ਤੁਸੀਂ ਆਏ ਹੋ ਤੇ ਉਮੀਦ ਰੱਖਦਾ ਅੱਗੇ ਤੋਂ ਵੀ ਤੁਸੀਂ ਇਸੇ ਤਰ੍ਹਾਂ ਸਾਨੂੰ ਸਾਥ ਦਿੰਦੇ ਰਹੋਗੇ ਮੈਂ ਸਾਰਿਆਂ ਤੋਂ ਮਾਫੀ ਮੰਗਦਾ ਜੇਕਰ ਮੈਂ ਤੁਹਾਡੇ ਮੁਤਾਬਕ ਮੈਂ ਕੋਈ ਮੇਰੇ ਤੋਂ ਕੁਝ ਗਲਤੀ ਹੋ ਗਈ ਹੋਵੇ ਬੋਲਣ ਦੇ ਵਿੱਚ ਸਾਰਿਆਂ ਤੋਂ ਇਸ ਉਮਰ ਵਿੱਚ ਕਈ ਉਹ ਫਲੋ ਨਹੀਂ ਰਹਿੰਦਾ ਜ਼ਿੰਦਗੀ ਦੇ ਵਿੱਚ ਜੋ ਕਿ ਮੇਰੀ ਜ਼ਿੰਦਗੀ ਵਿੱਚ ਜਾਣੀ ਮੈਨੂੰ ਕਈ ਸਾਰੀਆਂ ਕੋਈ ਗੱਲਾਂ ਯਾਦ ਨਹੀਂ ਰਹਿੰਦੀਆਂ
ਸੋ ਕੋਈ ਗਲਤੀ ਵੀ ਮੇਰੇ ਤੋਂ ਹੋ ਗਈ ਹੋਵੇ ਤੁਸੀਂ ਖਿਮਾ ਕਰੋਗੇ। ਔਰ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ, ਸੰਗਤ ਦਾ ਮੈਂ ਸਦਾ ਦਾਸ ਹਾਂ। ਜਦ ਵੀ ਤੁਸੀਂ ਯਾਦ ਕਰਦੇ ਹੋ ਮੈਂ ਹਾਜ਼ਰ ਹਾਂ। ਔਰ ਚਲੋ ਮੈਂ ਦਦਾਰ ਜੀ ਆਪਾਂ ਹੁਣ ਆਪਾਂ ਫਤਿਹ ਬੁਲਾਈਏ, ਟਾਈਮ ਜ਼ਿਆਦਾ ਨਹੀਂ ਦੇ ਰਹਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।